ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਤਾਂ ਅੱਜ ਜਿਹੜੀ ਆਪਣੇ ਕੋਲ ਟਾਈਪ ਹੈਗੀ ਆ ਉਹ ਡਾਇਰੈਕਟ ਕੁਐਸਚਨ ਆ ਐਗਰੀ ਔਰ ਡਿਸਐਗਰੀ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਸੈਂਪਲ ਆਨਸਰ ਦੇ ਨਾਲ ਗੱਲ ਕਰਾਂਗੇ। ਇਹਦੇ ਵਿੱਚ ਆਪਾਂ ਤੁਹਾਨੂੰ ਇੰਟਰੋ ਦੀ ਦੱਸਾਂਗੇ ਕਿ ਰੀਫਰੇਸ ਕਿੱਦਾਂ ਕਰੀਦੀ ਹੈ, ਥੀਸੀ ਲਾਈਨ ਕਿੱਦਾਂ ਕਰੀਦੀ ਆ, ਅਤੇ ਸਟੇਟਮੈਂਟ ਦਾ ਆਪਾਂ ਦੱਸਾਂਗੇ ਕਿ ਫੁੱਲੀ ਟਾਸਕ ਰਿਸਪੌਂਸ ਆਪਾਂ ਕਿੱਦਾਂ ਕੰਪਲੀਟ ਕਰਨਾ ਹੈ ਨਾ। ਕਈ ਵਾਰੀ ਆਪਣਾ ਜਿਹੜਾ ਟਾਸਕ ਰਿਸਪੌਂਸ ਵੀਕ ਰਹਿ ਜਾਂਦਾ ਹੈਗਾ, ਅਤੇ ਆਲਦੋ ਆਪਾਂ ਸੈਂਟੈਂਸ ਵੇਰੀਏਸ਼ਨ ਵਕੈਬ ਸਾਰਾ ਕੁਛ ਐਡ ਕੀਤਾ, ਬਟ ਆਪਣਾ ਜਿਹੜਾ ਟਾਸਕ ਰਿਸਪੌਂਸ ਵੀਕ ਰਹਿ ਗਿਆ ਤਾਂ ਉਹਦੇ ਨਾਲ ਜਿਹੜਾ ਆਪਣੇ ਬੈਂਡ ਸਕੋਰ 'ਤੇ ਇਫੈਕਟ ਪੈਂਦਾ ਹੈਗਾ। ਤਾਂ ਅੱਜ ਆਪਾਂ ਜਿਹੜੀ ਸਾਰੀ ਗੱਲ ਕਰਾਂਗੇ ਟਾਸਕ ਰਿਸਪੌਂਸ ਦੀ, ਠੀਕ ਆ। ਰੀਫਰੇਸ ਕਿੱਦਾਂ ਕਰੀਦੀ ਹੈ, ਥੀਸੀ ਲਾਈਨ ਕਿੱਦਾਂ ਇਫੈਕਟਿਵ ਦੇਦੀ ਹੈ। ਥੀਸੀ ਲਾਈਨ ਤੋਂ ਮਤਲਬ ਇਹ ਹੁੰਦਾ ਕਿ ਆਪਾਂ ਐਗਜ਼ਾਮੀਨਰ ਨੂੰ ਦੱਸਣਾ ਹੁੰਦਾ ਕਿ ਅੱਗੇ ਐਸੇ ਵਿੱਚ ਮੈਂ ਕੀ ਕਰਨਾ ਹੈਗਾ, ਠੀਕ ਆ। ਤਾਂ ਥੀਸਿਸ ਲਾਈਨ, ਇਸ ਤੋਂ ਬਾਅਦ ਆਪਾਂ ਬੀਪੀ ਦਾ ਜਿਹੜਾ ਸਟਰਕਚਰ, ਬੀਪੀ 1 ਦੇ ਸਟਰਕਚਰ ਦੀ ਗੱਲ ਕਰਾਂਗੇ ਕਿ ਕਿੱਦਾਂ ਜਿਹੜਾ ਸਟਰਕਚਰ ਹੁੰਦਾ ਬੀਪੀ 2 ਦੀ, ਠੀਕ ਆ। ਤਾਂ ਕਨਕਲੂਜਨ ਦੇ ਵਿੱਚ ਆਪਾਂ ਦੋ ਚੀਜ਼ਾਂ ਐਡ ਕਰਦੇ ਹਾਂ, ਪਰਸਨਲ ਵਿਊ ਐਂਡ ਰੀਫਰੇਸ, ਠੀਕ ਆ। ਤਾਂ ਇਹ ਤਾਂ ਹੁਣ ਜਿਹੜਾ ਆਪਣਾ ਸਟਰਕਚਰ ਹੋ ਗਿਆ, ਅਤੇ ਅੱਜ ਆਪਾਂ ਸੈਂਟੈਂਸ ਵੇਰੀਏਸ਼ਨ ਦੀ, ਵਕੈਬ ਦੇ ਪਾਰਟ ਦੀ ਸਾਰੀ ਆਪਾਂ ਜਿਹੜੀ ਅੱਜ ਇਹਦੇ ਵਿੱਚ ਗੱਲ ਕਰਾਂਗੇ ਕਿ ਕਿੱਦਾਂ ਆਪਾਂ ਕਰਨਾ ਹੈਗਾ, ਠੀਕ ਆ। ਅਤੇ ਇਸ ਟਾਈਪ ਨੂੰ ਆਪਾਂ ਜਿਹੜਾ ਐਸੇ ਹੈਗਾ ਔਰਗੇਨਾਈਜ਼ ਕਿੱਦਾਂ ਕਰਨਾ ਉਹ ਵੀ ਦੇਖਦੇ ਹਾਂ ਆਪਾਂ। ਤਾਂ ਫਸਟ ਆਫ ਆਲ ਆਪਾਂ ਜਿਹੜੀ ਸਟੇਟਮੈਂਟ ਰੀਡ ਕਰਦੇ ਹਾਂ। ਸਟੇਟਮੈਂਟ ਕੀ ਆ, ਇਨ ਸਮ ਕੰਟਰੀਜ਼ ਮੈਨੀ ਪੀਪਲ ਸਫਰ ਫਰੋਮ ਹੈਲਥ ਪ੍ਰੋਬਲਮਸ ਡਿਊ ਟੂ ਈਟਿੰਗ ਟੂ ਮਚ ਫਾਸਟ ਫੂਡ। ਤਾਂ ਉਹ ਕਹਿ ਰਹੇ ਕਿ ਬਹੁਤ ਸਾਰੇ ਜਿਹੜੇ ਕੰਟਰੀਜ਼ ਦੇ ਵਿੱਚ ਕੀ ਹੈਗਾ ਕਿ ਬਹੁਤ ਲੋਕ ਜਿਹੜੇ ਹੈਲਥ ਇਸ਼ੂਜ਼ ਨਾਲ ਸਫਰ ਕਰ ਰਹੇ ਹੈਗੇ ਆ। ਕਾਹਦੇ ਕਰਕੇ? ਕਿਉਂਕਿ ਉਹ ਬਹੁਤ ਜ਼ਿਆਦਾ ਫਾਸਟ ਫੂਡ ਈਟ ਕਰਦੇ ਹੈਗੇ ਆ, ਹੈ ਨਾ, ਤਾਂ ਕਰਕੇ। ਤਾਂ ਇਟ ਇਜ਼ ਦੇਅਰ ਫੋਰ ਨੈਸੈਸਰੀ ਫੋਰ ਗੌਰਮੈਂਟ ਟੂ ਇੰਪੋਜ਼ ਅ ਹਾਇਰ ਟੈਕਸ ਔਨ ਦਿਸ ਕਾਈਂਡ ਆਫ ਫੂਡ। ਤਾਂ ਇਹ ਗੌਰਮੈਂਟ ਦੇ ਲਈ ਜ਼ਰੂਰੀ ਹੈਗਾ ਗਾ ਕਿ ਉਹ ਜਿਹੜਾ ਕਿ ਇੱਕ ਹਾਇਰ ਟੈਕਸ ਰੱਖਦੇ ਨੇ ਫਾਸਟ ਫੂਡ 'ਤੇ, ਹੈ ਨਾ। ਡੂ ਯੂ ਐਗਰੀ ਔਰ ਡਿਸਐਗਰੀ? ਤਾਂ ਫਸਟ ਆਫ ਆਲ ਬਹੁਤ ਹੀ ਜਿਹੜੀ ਕਲੀਅਰ ਗੱਲ ਹੈਗੀ ਹੈ ਕਿ ਇਸ ਟਾਈਪ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਆਪਣੇ ਕੋਲ, ਹੈ ਨਾ, ਵੀ ਇਸ ਟਾਈਪ ਦੇ ਵਿੱਚ ਆਪਾਂ ਪਾਰਸ਼ਲੀ ਨਹੀਂ ਜਾ ਸਕਦੇ ਹੁੰਦੇ, ਠੀਕ ਆ। ਵਿਦ ਦਿਸ ਟਾਈਪ ਆਫ ਐਸੇ ਵੀ ਹੈਵ ਟੂ ਚੋਇਸਿਸ। ਤਾਂ ਫਸਟ ਕੀ ਆ, ਵੀ ਐਗਰੀ ਵਿਦ ਦਿਸ ਸਟੇਟਮੈਂਟ, ਵੀ ਡਿਸਐਗਰੀ ਵਿਦ ਦਿਸ ਸਟੇਟਮੈਂਟ, ਠੀਕ ਆ। ਤਾਂ ਕਈ ਜਿਹੜੇ ਟੀਚਰਸ ਹੈਗੇ ਆ ਨਾ ਉਹ ਰੈਕਮੈਂਡ ਕਰ ਦਿੰਦੇ ਹੈਗੇ ਆ ਕਿ ਵੀ ਆਪਾਂ ਪਾਰਸ਼ਲੀ ਜਾ ਸਕਦੇ ਹਾਂ। ਦੇਖੋ ਆਪਾਂ ਪਾਰਸ਼ਲੀ ਇਸ ਟਾਈਪ ਵਿੱਚ ਨਹੀਂ ਜਾਣਾ, ਕਿਉਂਕਿ ਜੇ ਆਪਾਂ ਪਾਰਸ਼ਲੀ ਜਾਂਦੇ ਤਾਂ ਇੱਕ ਕਨਫਿਊਜ਼ਿੰਗ ਸਟਰਕਚਰ ਤਿਆਰ ਹੋ ਜਾਂਦਾ ਹੈਗਾ, ਹੈ ਨਾ। ਤਾਂ ਉਹ ਆਪਾਂ ਨੂੰ ਸਹੀ ਨਹੀਂ ਪਤਾ ਲੱਗਦਾ ਹੈਗਾ ਵੀ ਕੀ ਆਪਾਂ ਲਿਖਿਆ, ਕਿ ਜਦੋਂ ਆਪਾਂ ਨੂੰ ਨਹੀਂ ਖੁਦ ਨੂੰ ਕਲੀਅਰ ਹੋਊਗਾ ਤਾਂ ਐਗਜ਼ਾਮੀਨਰ ਨੂੰ ਵੀ ਨਹੀਂ ਖੁਦ ਕਲੀਅਰ ਹੋਊਗਾ। ਤੁਸੀਂ ਆਪ ਹੀ ਸੋਚੋ, ਜਿੱਦਾਂ ਹੁਣ ਆਪਣੇ ਕੋਲ ਸਟੇਟਮੈਂਟ ਹੈਗੀ ਆ, ਤਾਂ ਆਪਾਂ ਇੱਕ ਪਾਸੇ ਕਹਿ ਰਹੇ ਹੈਗੇ ਆ ਵੀ ਹਾਂਜੀ ਕਰ ਦੇਣੇ ਚਾਹੀਦੇ ਆ, ਹੈ ਨਾ, ਟੈਕਸ। ਇੱਕ ਪਾਸੇ ਕਹਿ ਰਹੇ ਆਪਾਂ ਉਸੇ ਐਸੇ ਵਿੱਚ ਵੀ ਨਹੀਂ ਕਰਨੇ ਚਾਹੀਦੇ, ਹੈ ਨਾ। ਇੱਕ ਬੀਪੀ ਉਹਦਾ ਬਣਾ ਅਤੇ ਇੱਕ ਬੀਪੀ 2 ਦਾ। ਤਾਂ ਫਿਰ ਆਪਾਂ ਜਿਹੜੇ ਕਨਫਿਊਜ਼ ਜਿਹੜਾ ਕਨਫਿਊਜ਼ਿੰਗ ਕਰਾਂਗੇ, ਹੈ ਨਾ, ਰੈਡੀ ਜਿਹੜਾ ਸਟਰਕਚਰ ਆਪਣਾ। ਤਾਂ ਇਸ ਲਈ ਤੁਸੀਂ ਇੱਦਾਂ ਬਿਲਕੁਲ ਨਹੀਂ ਕਰਨਾ। ਜਸਟ ਆਪਣੇ ਕੋਲ 2 ਆਪਸ਼ਨ ਹੁੰਦੀਆਂ, ਆਪਾਂ ਐਗਰੀ ਹੋ ਜਾਈਏ ਬਿਲਕੁਲ ਜਾਂ ਫਿਰ ਬਿਲਕੁਲ ਡਿਸਐਗਰੀ ਹੋ ਜਾਈਏ, ਹੈ ਨਾ। ਤਾਂ ਹੁਣ ਇਹ ਤੁਸੀਂ ਇਹ ਨਹੀਂ ਦੇਖਣਾ ਕਿ ਕਿਹੜਾ ਤੁਹਾਨੂੰ ਸਹੀ ਲੱਗਦਾ ਹੈਗਾ, ਠੀਕ ਆ। ਇਹਦੇ ਵਿੱਚ ਆਪਾਂ ਇਹ ਨਹੀਂ ਦੇਖਣਾ ਹੁੰਦਾ, ਜਿਹੜੇ ਤੁਹਾਡੇ ਕੋਲ ਆਈਡੀਆਜ਼ ਜ਼ਿਆਦਾ ਹੈਗੇ ਆ ਉਹ ਤੁਸੀਂ ਸਾਈਡ ਵਿੱਚ ਹੋ ਜਾਣਾ ਹੈਗਾ। ਤਾਂ ਦੇਖੋ ਹੁਣ ਆਪਾਂ ਇਸ ਜਿਹੜੇ ਮੇਰੇ ਕੋਲ ਜਿਹੜਾ ਹੁਣ ਆਪਾਂ ਜਿਹੜਾ ਸੈਂਪਲ ਆਂਸਰ ਕਰਾਂਗੇ ਉਹਦੇ ਵਿੱਚ ਕੀ ਆਪਾਂ ਐਗਰੀ ਹੋਵਾਂਗੇ, ਠੀਕ ਆ। ਤਾਂ ਐਗਰੀ ਦੇ ਨਾਲ ਆਪਾਂ ਜਿਹੜਾ ਸਾਰੇ ਕਿੱਦਾਂ ਫੋਰਮ ਕਰਨਾ ਐਸੇ ਨੂੰ ਉਹ ਦੇਖਦੇ ਹਾਂ। ਪਹਿਲਾਂ ਸਟਰਕਚਰ ਸਮਝਦੇ ਹਾਂ। ਸਟਰਕਚਰ ਵਿੱਚ ਫਸਟ ਆਫ ਆਲ ਆਪਣੇ ਕੋਲ ਇੰਟਰੋ ਆ ਗਈ। ਇੰਟਰੋ ਵਿੱਚ ਕੀ ਹੈ, ਰੀਫਰੇਸ ਪਲੱਸ ਥੀਸਿਸ ਲਾਈਨ, ਠੀਕ ਆ। ਤਾਂ ਰੀਫਰੇਸ ਮਤਲਬ ਕਿ ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੈਗੀ ਆ ਤਾਂ ਉਹ ਮੀਨਿੰਗ ਸੇਮ ਨਿਕਲਣਾ ਚਾਹੀਦਾ ਹੈਗਾ, ਹੈ ਨਾ। ਤਾਂ ਜਿਹੜੀ ਥੀਸਿਸ ਲਾਈਨ ਆ ਉਹ ਤੋਂ ਐਗਜ਼ਾਮੀਨਰ ਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਆਪਾਂ ਅੱਗੇ ਕੀ ਕਰਨਾ ਹੈਗਾ ਜਾਂ ਮੇਰਾ ਓਪੀਨੀਅਨ ਕੀ ਹੈਗਾ, ਠੀਕ ਆ। ਤਾਂ ਹੁਣ ਬੀਪੀ ਆਪਾਂ 1 ਦੀ ਗੱਲ ਕਰੀਏ। ਬੀਪੀ 1 ਦੇ ਵਿੱਚ ਆਪਣੇ ਕੋਲ ਫਸਟ ਆਫ ਆਲ ਕੀ ਆ, ਟੀ ਐਸ ਦਾ ਮਤਲਬ ਹੈਗਾ ਟਾਸਕ ਸਟੇਟਮੈਂਟ। ਤਾਂ ਪਹਿਲਾ ਜਿਹੜਾ ਮੇਨ ਆਈਡੀਆ ਆਪਾਂ ਦੇਣਾ ਹੈਗਾ ਐਗਰੀ ਕਿਉਂ ਹੈਗੇ ਆ ਜਾਂ ਉਹਦਾ ਕੀ ਬੈਨੀਫਿਟ ਆ, ਤਾਂ ਉਹ ਆਪਾਂ ਟਾਸਕ ਸਟੇਟਮੈਂਟ 1 ਦੇਵਾਂਗੇ। ਫਿਰ ਉਹਨੂੰ ਐਕਸਪਲੇਨ ਕਰਾਂਗੇ, ਠੀਕ ਹੈ। ਇੱਕ ਕਨੈਕਟਰ ਯੂਜ਼ ਕੀਤਾ, ਉਹਨੂੰ ਐਕਸਪਲੇਨ ਕੀਤਾ। ਉਸ ਤੋਂ ਬਾਅਦ ਇੱਕ ਐਗਜ਼ਾਮਪਲ ਐਗਜ਼ਾਮਪਲ ਦੇਣ ਦੇ ਲਈ ਇੱਕ ਨਿਊ ਕਨੈਕਟਰ ਆਪਾਂ ਯੂਜ਼ ਕਰਨਾ ਹੈਗਾ ਤਾਂ ਐਗਜ਼ਾਮਪਲ ਦੇਣੀ ਹੈ, ਠੀਕ ਆ। ਫਿਰ ਆਪਾਂ ਉਹਦਾ ਰਿਜ਼ਲਟ ਕੱਢਣਾ। ਇਹ ਬੀਪੀ 1 ਦਾ ਸਟਰਕਚਰ 4 ਥਿੰਗਸ ਆਪਾਂ ਇੰਕਲੂਡ ਕਰਨੀਆਂ ਬੀਪੀ 1 ਦੇ ਵਿੱਚ। ਸੇਮ ਬੀਪੀ 2 ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ਾਮਪਲ ਐਜ਼ ਵੈਲ ਐਜ਼ ਰਿਜ਼ਲਟ, ਠੀਕ ਆ। ਤਾਂ ਹੁਣ ਆਪਾਂ ਇਹ ਚੀਜ਼ਾਂ ਕਰਨੀਆਂ। ਤਾਂ ਹੁਣ ਲਾਸਟ 'ਤੇ ਆ ਗਿਆ ਆਪਣੇ ਕੋਲ ਕਨਕਲੂਜਨ। ਤਾਂ ਕਨਕਲੂਜਨ ਕੀ ਆ, ਪਰਸਨਲ ਵਿਊ ਪਲੱਸ ਰੀਫਰੇਸ, ਠੀਕ ਆ। ਤਾਂ ਹੁਣ ਆਪਾਂ ਜਿਹੜੀ ਸਾਰੀ ਗੱਲ ਜਿਹੜੀ ਸੈਂਪਲ ਆਂਸਰ 'ਤੇ ਚੱਲਦੇ ਹੈਗੇ ਆ ਕਲੀਅਰ ਕਰਨੀ ਹੈਗੀ ਹੈ ਬਿਲਕੁਲ। ਇਸ ਵੀਡੀਓ ਤੋਂ ਬਾਅਦ ਤੁਹਾਨੂੰ ਕੋਈ ਵੀ ਜਿਹੜਾ ਰਾਈਟਿੰਗ ਟਾਸਕ ਸਪੈਸ਼ਲੀ ਐਗਰੀ ਔਰ ਡਿਸਐਗਰੀ ਦੀ ਜਿਹੜੀ ਟਾਈਪ ਹੈਗੀ ਹੈ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ, ਠੀਕ ਆ। ਆਪਾਂ ਸੈਂਟੈਂਸ ਵੇਰੀਏਸ਼ਨ, ਵਕੈਬ ਸਾਰਾ ਪਾਰਟ ਜਿਹੜਾ ਟਾਸਕ ਰਿਸਪੌਂਸ ਸਭ ਕੁਛ ਕਵਰ ਕੀਤਾ ਹੈਗਾ, ਠੀਕ ਆ। ਪਹਿਲਾਂ ਆਪਾਂ ਗੱਲ ਕਰੀਏ ਕਿ ਸਟੇਟਮੈਂਟ ਟਾਸਕ ਰਿਸਪੌਂਸ ਦੀ, ਠੀਕ ਆ। ਟਾਸਕ ਰਿਸਪੌਂਸ ਕੀ ਹੈ ਕਿ ਜੋ ਆਪਾਂ ਨੂੰ ਪੁੱਛਿਆ ਉਹਨਾਂ ਨੇ ਆਪਾਂ ਉਹੀ ਦੱਸਣਾ ਹੈਗਾ, ਠੀਕ ਆ। ਆਪਾਂ ਸਿੰਪਲ ਵਰਡਸ 'ਚ ਸਮਝਦੇ ਹੈਗੇ ਆ। ਦੇਖੋ ਉਹਨਾਂ ਨੇ ਇੱਥੇ ਇਹ ਪੁੱਛਿਆ ਕਿ ਜਿਹੜੇ ਮੈਨੀ ਪੀਪਲ ਸਫਰ ਫਰੋਮ ਹੈਲਥ ਪ੍ਰੋਬਲਮਸ, ਠੀਕ ਆ। ਉਹ ਬਹੁਤ ਸਾਰੇ ਲੋਕ ਜਿਹੜੇ ਹੈਲਥ ਪ੍ਰੋਬਲਮ ਤੋਂ ਜਾ ਰਹੇ ਹੈਗੇ ਆ, ਹੈ ਨਾ। ਤਾਂ ਇਹਦੇ ਲਈ ਕੀ ਕਰਨਾ ਚਾਹੀਦਾ, ਗੌਰਮੈਂਟ ਨੂੰ ਟੈਕਸ ਰੱਖ ਦੇਣੇ ਚਾਹੀਦੇ ਫੂਡ 'ਤੇ, ਜਿਹੜੇ ਫਾਸਟ ਫੂਡ ਆ, ਠੀਕ ਆ, ਉਹਨਾਂ 'ਤੇ। ਤਾਂ ਡੂ ਯੂ ਐਗਰੀ ਔਰ ਡਿਸਐਗਰੀ? ਉਹਨਾਂ ਨੇ ਆਪਾਂ ਨੂੰ ਪੁੱਛਿਆ ਪਹਿਲਾਂ ਤਾਂ ਆਪਾਂ ਇਹ ਕਰਨਾ ਚੂਜ਼ ਕਿ ਐਗਰੀ ਹੈ ਕਿ ਡਿਸਐਗਰੀ। ਜੇ ਤਾਂ ਆਪਾਂ ਐਗਰੀ ਹਾਂ ਤਾਂ ਫਿਰ ਆਪਾਂ ਪਤਾ ਕੀ ਦੱਸਣਾ ਬੀਪੀ ਦੇ ਵਿੱਚ, ਆਪਾਂ ਬੀਪੀ 1 ਦੇ ਵਿੱਚ ਇਹ ਦੱਸਾਂਗੇ ਵੀ ਕੀ ਬੈਨੀਫਿਟ ਆ ਜੇ ਜਿਹੜੀ ਗੌਰਮੈਂਟ ਹੈਗੀ ਆ ਹਾਇਰ ਟੈਕਸ ਕਰ ਦੂਗੀ ਫੂਡ 'ਤੇ, ਠੀਕ ਆ। ਅਤੇ ਬੀਪੀ 2 ਦੇ ਵਿੱਚ ਵੀ ਆਪਾਂ ਸੈਕਿੰਡ ਜਿਹੜਾ ਹੋਰ ਬੈਨੀਫਿਟ ਦੱਸਣਾ ਹੈਗਾ ਕਿ ਇਹਦਾ
ਹੋਣ ਦਾ, ਠੀਕ ਆ। ਤਾਂ ਜਿਹੜਾ ਜੇ ਆਪਾਂ ਡਿਸਐਗਰੀ ਹੁੰਦੇ ਆ ਤਾਂ ਫਿਰ ਆਪਾਂ ਇਹਦੇ ਵਿੱਚ ਕੀ ਦੱਸਣਾ ਹੈਗਾ ਵੀ ਆਪਾਂ ਦੱਸਣਾ ਹੈਗਾ ਨੁਕਸਾਨ, ਠੀਕ ਆ, ਵੀ ਕੀ ਮਤਲਬ ਕਿ ਬੈਨੀਫਿਟ ਨਹੀਂ ਹੋਊਗਾ ਆਪਾਂ ਨੂੰ ਵੀ ਜੇ ਗੌਰਮੈਂਟ ਕਰੂਗੀ ਹੈ ਨਾ, ਵੀ ਹਾਇਰ ਟੈਕਸ ਕਰ ਦੂਗੀ ਤਾਂ ਕੀ ਜਿਹੜੇ ਨੁਕਸਾਨ ਹੋ ਸਕਦੇ ਉਹਦੇ, ਆਪਾਂ ਉਹ ਦੱਸਣਾ ਹੈਗਾ। ਮੇਨਲੀ ਗੱਲ ਇਹ ਹੈਗੀ ਹੈ ਟਾਸਕ ਰਿਸਪੌਂਸ ਦੇ ਵਿੱਚ। ਦੇਖੋ ਹੁਣ ਇੱਥੇ ਇਹ ਨਹੀਂ ਹੈਗਾ ਕਿ ਆਪਾਂ ਕੀਵਰਡਸ ਦੇਖ ਕੇ ਜਿਹੜਾ ਟਾਸਕ ਰਿਸਪੌਂਸ ਕਰ ਲਾਂਗੇ। ਲਾਈਕ ਹੁਣ ਹੈਲਥ ਪ੍ਰੋਬਲਮ ਤਾਂ ਸਾਰਾ ਐਸੇ ਹੀ ਹੈਲਥ ਪ੍ਰੋਬਲਮ 'ਤੇ ਲਿਖ ਦਿਓ ਹੈ ਨਾ, ਇਸ ਕਾਰਨਾਂ ਕਰਕੇ ਹੈਲਥ ਪ੍ਰੋਬਲਮ ਆ ਰਹੀ ਆ, ਜਾਂ ਫਿਰ ਤੁਸੀਂ ਇਹ ਇਸ 'ਤੇ ਲਿਖ ਦਿਓ ਹੈ ਨਾ ਕਿ ਫਾਸਟ ਫੂਡ ਜਿਹੜੇ ਲੋਕ ਖਾ ਰਹੇ ਹੈਗੇ ਉਹਦੇ ਨਾਲ ਆਹ ਵਾਲੀ ਪ੍ਰੋਬਲਮ ਆ ਰਹੀ ਆ, ਆਹ ਵਾਲੀ ਪ੍ਰੋਬਲਮ ਆ ਰਹੀ ਹੈ, ਠੀਕ ਆ। ਕਿਉਂਕਿ ਉਹਨਾਂ ਨੇ ਆਪਣਾ ਪ੍ਰੋਬਲਮ ਨਹੀਂ ਪੁੱਛਿਆ, ਉਹਨਾਂ ਨੇ ਇਹ ਪੁੱਛਿਆ ਕਿ ਗਵਰਨਮੈਂਟ ਨੂੰ ਟੈਕਸ ਕਰਨੇ ਚਾਹੀਦੇ ਆ ਜਾਂ ਨਹੀਂ ਕਰਨੇ ਚਾਹੀਦੇ। ਬਸ ਮੇਨ ਗੱਲ ਇਹ ਨਹੀਂ ਹੈ ਕਿ ਗਵਰਨਮੈਂਟ ਨੂੰ ਟੈਕਸ ਰੱਖਣੇ ਚਾਹੀਦੇ ਜਾਂ ਨਹੀਂ ਰੱਖਣੇ ਚਾਹੀਦੇ। ਇਸ 'ਤੇ ਆਪਾਂ ਜਿਹੜਾ ਸਾਰਾ ਐਸੇ ਲਿਖਣਾ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਸੈਂਪਲ ਆਨਸਰ ਦੀ। ਤਾਂ ਸੈਂਪਲ ਆਨਸਰ ਵਿੱਚ ਚੱਲਦੇ ਆਪਾਂ। ਪਹਿਲਾਂ ਜਿਹੜੀ ਇੰਟਰੋ ਕਰਨੀ ਆ ਆਪਾਂ, ਤਾਂ ਇੰਟਰੋ ਲਈ ਕੀ ਹੈਗਾ ਰੀਫਰੇਸ ਪਹਿਲਾਂ, ਠੀਕ ਆ। ਇਟ ਇਜ਼ ਕੰਸੀਡਰ ਦੈਟ, ਇਹ ਕੰਸੀਡਰ ਕੀਤਾ ਜਾਂਦਾ ਹੈਗਾ ਕਿ ਦ ਮੇਨ ਰੀਜ਼ਨ ਬਿਹਾਈਂਡ ਦ ਹੈਲਥ ਇਸ਼ੂ, ਤਾਂ ਜਿਹੜਾ ਮੇਨ ਰੀਜ਼ਨ ਹੈਗਾ ਨਾ ਹੈਲਥ ਇਸ਼ੂ ਦਾ ਉਹ ਕੀ ਹੈਗਾ ਕੰਜ਼ੰਪਸ਼ਨ ਆਫ ਫਾਸਟ ਫੂਡ। ਤਾਂ ਜਿਹੜਾ ਮੇਨ ਮਤਲਬ ਕਿ ਆਪਾਂ ਦੱਸਦਾ ਕਿ ਮੇਨ ਰੀਜ਼ਨ ਕੀ ਹੈ ਕੰਜ਼ੰਪਸ਼ਨ ਆਫ ਫਾਸਟ ਫੂਡ ਬਾਈ ਹਿਊਮਨ ਬੀਇੰਗਸ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹੈਗੇ ਆ ਸਟੇਟਮੈਂਟ 'ਤੇ। ਸਟੇਟਮੈਂਟ 'ਤੇ ਕੀ ਕਿਹਾ, ਮੈਨੀ ਪੀਪਲ ਸਫਰ ਫਰੋਮ ਹੈਲਥ ਪ੍ਰੋਬਲਮਸ ਡਿਊ ਟੂ ਈਟਿੰਗ ਟੂ ਮਚ ਫਾਸਟ ਫੂਡ। ਤਾਂ ਉੱਥੇ ਉਹਨਾਂ ਨੇ ਈਟਿੰਗ ਕਿਹਾ, ਆਪਾਂ ਕੀ ਲਿਖਤਾ ਕੰਜ਼ੰਪਸ਼ਨ, ਠੀਕ ਆ। ਤਾਂ ਇੱਥੇ ਉਹਨਾਂ ਨੇ ਆਪਣਾ ਪੀਪਲ ਕਿਹਾ ਤਾਂ ਆਪਾਂ ਲਿਖਤਾ ਕਿ ਬਾਈ ਹਿਊਮਨ ਬੀਇੰਗਸ, ਠੀਕ ਆ। ਤਾਂ ਉਹਨਾਂ ਨੇ ਆਪਣੇ ਇੱਥੇ ਕਿਹਾ ਹੈਲਥ ਪ੍ਰੋਬਲਮਸ, ਤਾਂ ਆਪਾਂ ਹੈਲਥ ਇਸ਼ੂ ਲਿਖਤਾ। ਤਾਂ ਜਿਹੜਾ ਸੈਂਟੈਂਸ ਮਤਲਬ ਟਾਈਪ ਹੈ ਕਿ ਉਹ ਤਾਂ ਬਿਲਕੁਲ ਹੀ ਆਪਾਂ ਚੇਂਜ ਕਰਤੀ। ਤੁਸੀਂ ਦੇਖ ਸਕਦੇ ਇੱਥੇ ਆਪਣੇ ਸਿੰਪਲੀ ਦੱਸਿਆ ਮੈਨੀ ਪੀਪਲ ਸਫਰ ਫਰੋਮ ਹੈਲਥ ਪ੍ਰੋਬਲਮਸ ਡਿਊ ਟੂ ਦ ਈਟਿੰਗ ਟੂ ਮਚ ਫਾਸਟ ਫੂਡ, ਡਿਊ ਟੂ ਇਸ ਤਰ੍ਹਾਂ ਲਿਖਿਆ। ਤੇ ਆਪਾਂ ਕੀ ਲਿਖਿਆ ਹੈਗਾ ਇਟ ਇਜ਼ ਕੰਸੀਡਰ ਦੈਟ ਦ ਮੇਨ ਰੀਜ਼ਨ ਬਿਹਾਈਂਡ ਦ ਹੈਲਥ ਇਸ਼ੂ ਇਜ਼ ਹਾਈ ਕੰਜ਼ੰਪਸ਼ਨ ਆਫ ਫਾਸਟ ਫੂਡ ਬਾਈ ਹਿਊਮਨ ਬੀਇੰਗਸ, ਠੀਕ ਆ। ਤਾਂ ਇਹ ਕਰ ਦਿੱਤਾ। ਹੁਣ ਉਹਨਾਂ ਨੇ ਆਪਣੇ ਨੈਕਸਟ ਲਾਈਨ ਵਿੱਚ ਦੇ ਕਿ ਉਹਨਾਂ ਨੇ ਆਪਣਾ ਅੱਗੇ ਕੀ ਕਿਹਾ ਹੈਗਾ ਇਟ ਇਜ਼ ਦੇਅਰਫੋਰ ਨੈਸੈਸਰੀ ਫॉर ਗਵਰਨਮੈਂਟ ਟੂ, ਇਹ ਗਵਰਨਮੈਂਟ ਦੇ ਲਈ ਜ਼ਰੂਰੀ ਹੈਗਾ ਕਿ ਇੰਪੋਜ਼ ਅ ਹਾਇਰ ਟੈਕਸ ਔਨ ਦਿਸ ਕਾਈਂਡ ਆਫ ਫੂਡ, ਠੀਕ ਆ। ਤਾਂ ਗਵਰਨਮੈਂਟ ਲਈ ਜ਼ਰੂਰੀ ਆ। ਹੁਣ ਆਪਾਂ ਕੀ ਕਹਿ ਦਿੱਤਾ ਸੋ ਇਟ ਇਜ਼ ਮੈਂਡੇਟਰੀ ਫॉर ਗਵਰਨਮੈਂਟ, ਤਾਂ ਮੈਂਡੇਟਰੀ ਦਾ ਮਤਲਬ ਹੁੰਦਾ ਜ਼ਰੂਰੀ ਹੈਗਾ, ਠੀਕ ਹੈ। ਗਵਰਨਮੈਂਟ ਦੇ ਲਈ ਜ਼ਰੂਰੀ ਹੈ, ਨੈਸੈਸਰੀ ਨੂੰ ਆਪਾਂ ਮੈਂਡੇਟਰੀ ਦੇ ਵਿੱਚ ਚੇਂਜ ਕਰ ਦਿੱਤਾ। ਗਵਰਨਮੈਂਟ ਟੂ ਇੰਪੋਜ਼ ਹਾਇਰ ਟੈਕਸ ਔਨ ਫੂਡ, ਤਾਂ ਉਹ ਫੂਡ 'ਤੇ ਜਿਹੜਾ ਹਾਇਰ ਟੈਕਸ ਕਰਨਾ ਚਾਹੀਦਾ ਹੈਗਾ ਇਨ ਆਰਡਰ ਟੂ ਕੰਟਰੋਲ ਡਿਮਾਂਡ ਆਫ ਫਾਸਟ ਫੂਡ। ਤਾਂ ਕੀ ਕੰਟਰੋਲ ਕਰਨ ਲਈ ਜਿਹੜੀ ਕਿ ਡਿਮਾਂਡ ਜਿਹੜੀ ਫਾਸਟ ਫੂਡ ਦੀ ਉਹ ਕੰਟਰੋਲ ਹੋ ਜਾਵੇ, ਇਸ ਲਈ ਇਨ ਆਰਡਰ ਟੂ ਇੱਕ ਸੈਂਟੈਂਸ ਟਾਈਪ ਆ ਤੁਸੀਂ ਯੂਜ਼ ਕਰ ਸਕਦੇ ਆ। ਅਤੇ ਇੱਥੇ ਜਿਹੜਾ ਮਤਲਬ ਕਿ ਆਪਾਂ ਤੁਸੀਂ ਸਮਝ ਸਕਦੇ ਆ ਕਿ ਆਪਾਂ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਯੂਜ਼ ਕਰਦੇ ਇਨ ਆਰਡਰ ਤੋਂ, ਜਦੋਂ ਆਪਾਂ ਦੱਸਣਾ ਹੋਵੇ ਕਿ ਇਸ ਦਾ ਏਅਰ ਵਾਲਾ ਰਿਜ਼ਲਟ ਆਊਗਾ, ਠੀਕ ਹੈ, ਜਾਂ ਇਹ ਚੀਜ਼ ਕਰਨ ਦੇ ਲਈ। ਹੁਣ ਆਪਣੇ ਕੋਲ ਜਿਹੜੀ ਰੀਫਰੇਸ ਹੋ ਗਈ ਆ, ਮੀਨਿੰਗ ਸੇਮ ਨਿਕਲ ਗਿਆ। ਇੱਥੋਂ ਤੱਕ ਆਪਾਂ ਦੱਸਦਾ ਕਿ ਗਵਰਨਮੈਂਟ ਦੀ ਇਹ ਜਿਹੜੀ ਗਵਰਨਮੈਂਟ ਲਈ ਮੈਂਡੇਟਰੀ ਹੈਗੀ ਆ ਕਿ ਉਹ ਕੰਟਰੋਲ ਕਰੇ ਇਸ ਨੂੰ, ਹੈ ਨਾ, ਤਾਂ ਹਾਇਰ ਟੈਕਸ ਦੀ ਹੈਲਪ ਦੇ ਨਾਲ। ਤਾਂ ਆਪਾਂ ਕੀ ਲਿਖਤਾ ਕਿ ਜਿਹੜੇ ਹੈਲਥ ਇਸ਼ੂ ਦਾ ਮੇਨ ਰੀਜ਼ਨ ਹੈਗਾ ਉਹ ਜਿਹੜੇ ਫਾਸਟ ਫੂਡ ਦੀ ਕੰਜ਼ੰਪਸ਼ਨ ਆ, ਠੀਕ ਆ। ਤਾਂ ਆਪਣੀ ਜਿਹੜੀ ਰੀਫਰੇਸ ਬਿਲਕੁਲ ਹੋ ਗਈ। ਹੁਣ ਆਪਣੀ ਗੱਲ ਆ ਗਈ ਥੀਸਿਸ ਲਾਈਨ ਦੀ। ਤਾਂ ਥੀਸਿਸ ਲਾਈਨ 'ਚ ਆਪਾਂ ਦੱਸਦੇ ਹਾਂ ਉਹਨਾਂ ਨੇ ਆਪਾਂ ਨੂੰ ਡਾਇਰੈਕਟ ਕੁਐਸਚਨ ਪੁੱਛਿਆ ਹੈਗਾ ਡੂ ਯੂ ਐਗਰੀ ਔਰ ਡਿਸਐਗਰੀ। ਇਹ ਤਾਂ ਤੁਸੀਂ ਬਿਲਕੁਲ ਨਹੀਂ ਲਿਖਣਾ ਕਿ ਪਾਰਸ਼ਲੀ ਐਗਰੀ ਔਰ ਡਿਸਐਗਰੀ, ਇਹ ਤਾਂ ਬਿਲਕੁਲ ਨਹੀਂ ਕਰਨਾ ਹੈਗਾ, ਠੀਕ ਆ। ਤੁਸੀਂ ਡਾਇਰੈਕਟ ਦੱਸੋ ਐਗਰੀ ਔਰ ਡਿਸਐਗਰੀ, ਜਿਹਦੇ ਤੁਹਾਡੇ ਕੋਲ 2 ਪੁਆਇੰਟਸ ਹੈਗੇ ਤੁਸੀਂ ਉਸ ਸਾਈਡ ਚੱਲ ਜਾਓ, ਠੀਕ ਆ। ਹੁਣ ਤੁਸੀਂ ਕੀ ਕਰਨਾ, ਆਪਾਂ ਦੱਸਣਾ ਹੈਗਾ ਕਿ ਆਈ ਐਗਰੀ ਔਰ ਡਿਸਐਗਰੀ। ਆਪਾਂ ਡਿਸਾਈਡ ਕਰ ਲਿਆ ਕਿ ਆਪਾਂ ਐਗਰੀ ਹਾਂ ਸਟੇਟਮੈਂਟ ਦੇ ਨਾਲ, ਠੀਕ ਆ। ਤਾਂ ਹੁਣ ਆਪਾਂ ਕੀ ਚੱਲਦੇ ਹਾਂ ਆਈ ਐਗਰੀ ਵਿਦ ਦਿਸ ਸੈਡ ਨੋਸ਼ਨ। ਤਾਂ ਮੈਂ ਇਸ ਸੈਡ ਨੋਸ਼ਨ ਦੇ ਨਾਲ, ਸੈਡ ਨੋਸ਼ਨ ਮਤਲਬ ਜਿਹੜੀ ਸਟੇਟਮੈਂਟ ਉਹਨਾਂ ਨੇ ਕਹੀ ਹੈਗੀ ਹੈ, ਠੀਕ ਆ, ਇਸ ਕਹੇ ਗਏ ਜਿਹੜਾ ਨੋਸ਼ਨ ਹੈਗਾ ਮੈਂ ਉਹਦੇ ਨਾਲ ਐਗਰੀ ਹਾਂ, ਠੀਕ ਆ। ਬਿਕੋਜ਼ ਕਿਉਂ, ਕਾਰਨ ਵੀ ਦੱਸਣਾ ਕਿਉਂ ਹੈਗਾ, ਕਿਉਂਕਿ ਜਿਹੜੇ ਟੈਕਸ ਬ੍ਰਿੰਗ ਪੋਜ਼ੀਟਿਵ ਚੇਂਜ, ਤਾਂ ਜਿਹੜੇ ਟੈਕਸ ਹੈਗੇ ਆ ਉਹ ਕੀ ਪੋਜ਼ੀਟਿਵ ਚੇਂਜ ਲਿਆਉਂਦੇ ਹੈਗੇ ਆ, ਠੀਕ ਆ। ਤਾਂ ਉਹ ਹੁਣ ਆਪਾਂ ਦੱਸ ਹੀ ਦੇਣਾ BP1 ਐਂਡ BP2 ਦੇ ਵਿੱਚ ਚੇਂਜਸ ਕੀ ਆ। ਤਾਂ ਜੇਕਰ ਤੁਹਾਡੀ ਕੋਈ ਲੈਂਥ ਦੀ ਪ੍ਰੋਬਲਮ ਹੈਗੀ ਜਾਂ ਲੈਂਥ ਨਹੀਂ ਕੰਪਲੀਟ ਹੁੰਦੀ ਹੈ ਨਾ, ਤਾਂ ਤੁਸੀਂ ਜਿਹੜੇ ਇੰਟਰੋ ਦੇ ਵਿੱਚ ਇੰਕਲੂਡ ਵੀ ਕਰ ਸਕਦੇ ਹੋ ਨਾ ਆਪਣੇ ਜਿਹੜੇ 3 ਤੋਂ ਜਿਹੜੇ 4 ਵਰਡਸ ਦੀ ਜਿਹੜੀ ਹੈ ਨਾ ਹੋ ਜਾਊਗਾ ਕਿ ਤੁਸੀਂ ਦੱਸ ਸਕਦੇ ਜਿਹੜਾ BP1 ਦਾ ਵਾਲਾ ਆਈਡੀਆ ਅਤੇ BP2 ਵਾਲਾ ਆਈਡੀਆ ਤੁਸੀਂ ਜਿਹੜਾ ਥੀਸਿਸ ਲਾਈਨ ਦੇ ਵਿੱਚ ਹੀ ਕਰ ਸਕਦੇ ਹੈਗੇ ਆ। ਤਾਂ ਹੋਰ ਵੀ ਵੀਡੀਓ ਹੈਗੀਆਂ ਉਹਦੇ ਵਿੱਚ ਜਿਹੜੇ ਦੱਸਿਆ ਗਿਆ ਵੀ ਉਹ ਆਪਾਂ ਕਿੱਦਾਂ ਐਡ ਕਰਨਾ ਹੁੰਦਾ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ BP1 ਐਂਡ BP2 ਦੀ, ਠੀਕ ਆ। ਤਾਂ BP1 ਦੇ ਵਿੱਚ ਆਪਾਂ ਕੀ ਲਿਖਣਾ ਹੈਗਾ ਦ ਮਨੀ ਰੇਜ਼ਡ ਕੁਡ ਬੀ ਯੂਜ਼ ਟੂ ਟਰੀਟ ਪੀਪਲ ਵਿਦ ਹੈਲਥ ਪ੍ਰੋਬਲਮਸ। ਤਾਂ ਪਹਿਲਾਂ ਆਪਾਂ ਪੁਆਇੰਟ ਕੀ ਦੱਸਤਾ ਕਿ ਜਿਹੜਾ ਜੇ ਉਹ ਹਾਇਰ ਟੈਕਸ ਕਰਨਗੇ ਹੈ ਨਾ, ਗਵਰਨਮੈਂਟ ਕਰੂਗੀ। ਪਹਿਲਾਂ ਸਮਝ ਲੈਂਦੇ ਆਪਾਂ ਆਈਡੀਆ, ਠੀਕ ਆ, ਕਿੱਦਾਂ ਕਰਨਾ ਕਿ ਜੇ ਗਵਰਨਮੈਂਟ ਜਿਹੜੀ ਹੈਗੀ ਆ ਹਾਇਰ ਟੈਕਸ ਕਰੂਗੀ ਫਾਸਟ ਫੂਡ 'ਤੇ, ਹੈ ਨਾ, ਤਾਂ ਜਿਹੜੀ ਉਹ ਤੋਂ ਮਨੀ ਆਊਗੀ, ਹੈ ਨਾ, ਜਾਣੀ ਕਿ ਟੈਕਸ ਜਦੋਂ ਲੋਕੀ ਭਰਨਗੇ ਤਾਂ ਉਹ ਮਨੀ ਜਿਹੜੀ ਗਵਰਨਮੈਂਟ ਨੂੰ ਮਿਲੂਗੀ, ਹੈ ਨਾ, ਤਾਂ ਗਵਰਨਮੈਂਟ ਕੀ ਕਰ ਸਕਦੀ ਉਸ ਮਨੀ ਨੂੰ ਲੋਕਾਂ ਦੀ ਜਿਹੜੀ ਹੈਲਥ ਪ੍ਰੋਬਲਮ ਹੈਗੀ ਉਹਨੂੰ ਟਰੀਟ ਕਰਨ ਲਈ ਕਰ ਸਕਦੀ ਆ। ਦੇਖੋ ਆਪਾਂ ਮੇਨ ਦੱਸਣਾ ਹੈਗਾ ਨਾ ਕਿ ਜਿਹੜੀ ਹੈਲਥ ਪ੍ਰੋਬਲਮ ਹੋ ਰਹੀ ਆ, ਹੈ ਨਾ, ਉਹਦਾ ਵੀ ਸੋਲਿਊਸ਼ਨ ਆਪਾਂ ਕੀ ਕਰ ਸਕਦੇ ਕਿ ਜਿਹੜੀ ਉਹ ਰੇਜ਼ਡ ਮਨੀ ਹੈਗੀ ਉਹ ਹੈਲਥ ਇਸ਼ੂਜ਼ ਨੂੰ ਮਤਲਬ ਕਿ ਟਰੀਟ ਕਰਨ ਦੇ ਵਿੱਚ ਗਵਰਨਮੈਂਟ ਯੂਜ਼ ਕਰ ਸਕਦੀ ਆ। ਇਹ ਹੋ ਗਿਆ ਆਪਣਾ BP1, ਠੀਕ ਆ। ਤਾਂ ਆਪਾਂ ਅੱਗੇ ਐਕਸਪਲੇਨ ਕਰਕੇ ਪੂਰਾ ਦੱਸੂਗੀ, ਠੀਕ ਹੈ, ਟਾਸਕ ਸਟੇਟਮੈਂਟ ਐਕਸਪਲੇਨੇਸ਼ਨ ਐਗਜ਼ਾਮਪਲ ਰਿਜ਼ਲਟ। ਤਾਂ ਇਹ ਜਸਟ ਇੱਕ ਮੇਨ ਦੱਸ ਰਹੀ ਹਾਂ ਕਿ ਆਈਡੀਆ ਕੀ ਹੋਊਗਾ ਆਪਣਾ।
ਤਾਂ ਸੈਕਿੰਡਲੀ ਕੀ ਆਪਣੇ ਕੋਲ ਆ, ਮੇਕਿੰਗ ਦਾ ਫੂਡ ਮੋਰ ਐਕਸਪੈਂਸਿਵ ਵੁੱਡ ਸਟੋਪ ਪੀਪਲ ਫਰੋਮ ਈਟਿੰਗ ਇਟ। ਤਾਂ ਜੇ ਆਪਾਂ ਮਤਲਬ ਕਿ ਫੂਡ ਨੂੰ ਐਕਸਪੈਂਸਿਵ ਬਣਾ ਦਿੰਦੇ ਹੈਗੇ ਆ, ਮਤਲਬ ਟੈਕਸ ਜਦੋਂ ਭਰਨੇ ਪੈਣਗੇ ਤਾਂ ਅਫਕੋਰਸ ਜਿਹੜੀ ਉਹਦੀ ਕੀਮਤ ਵੱਧ ਜੂਗੀ, ਹੈ ਨਾ। ਤਾਂ ਫਿਰ ਕੀ ਹੋਊਗਾ, ਜਿਹੜੇ ਪੀਪਲ ਨੂੰ ਰੋਕ ਸਕਦੀ ਹੈ, ਠੀਕ ਆ। ਤਾਂ ਇਹਦੇ ਵਿੱਚ ਆਪਾਂ ਇਹ ਲਿਖਣਾ ਹੈਗਾ ਵੀ ਜਦੋਂ ਅਫਕੋਰਸ ਹੈਗਾ ਜਦੋਂ ਲੋਕਾਂ ਨੂੰ ਜ਼ਿਆਦਾ ਟੈਕਸ ਦੇਣੇ ਪੈਣਗੇ, ਮਹਿੰਗੇ ਹੋ ਜਾਣਗੇ, ਤਾਂ ਉਹ ਅਵੋਇਡ ਕਰਨਗੇ ਕਿਤੇ ਨਾ ਕਿਤੇ, ਹੈ ਨਾ, ਕਿਉਂਕਿ ਹਰ ਕੋਈ ਏਬਲ ਨਹੀਂ ਹੁੰਦਾ ਕਿ ਇੰਨਾ ਜ਼ਿਆਦਾ ਉਹ ਟੈਕਸ ਪੇ ਕਰੇ। ਤਾਂ ਹੁਣ ਆਪਾਂ ਚੱਲਦੇ ਹੈਗੇ ਆ BP1 ਤੇ। ਇੰਟਰੋ ਹੋ ਗਈ ਆਪਣੀ, ਠੀਕ ਆ। ਆਪਾਂ ਰੀਫਰੇਸ ਕਰਤੀ, ਥੀਸਿਸ ਲਾਈਨ ਕਰਤੀ, ਐਗਜ਼ਾਮੀਨਰ ਨੂੰ ਪਤਾ ਚੱਲ ਗਿਆ ਕਿ ਆਪਾਂ ਜਿਹੜਾ ਇਸ ਐਗਰੀ ਆ ਹੈਗੇ ਆ, ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੈ, ਤਾਂ ਹੁਣ ਐਗਰੀ ਦੇ 2 ਪੁਆਇੰਟ ਅੱਗੇ ਬਣਨਗੇ, ਠੀਕ ਆ। ਚੱਲਦੇ ਹਾਂ ਹੁਣ BP1 ਤੇ। ਦੇਖੋ BP1 ਵਿੱਚ ਆਪਾਂ ਕੀ ਲਿਖਣਾ, ਟੂ ਬਿਗਨ ਵਿਦ। ਪਹਿਲਾਂ ਜਿਹੜੇ ਕਨੈਕਟਰਸ ਦੀ ਗੱਲ ਕਰ ਲਈਏ ਕਿ ਆਪਣੇ ਕੋਲ ਜਿਹੜੇ ਕਨੈਕਟਰਸ ਆਪਾਂ ਯੂਜ਼ ਕਰਨੇ ਹੈਗੇ ਆ, ਹੈ ਨਾ, ਉਹ ਆਪਾਂ ਇਸ ਤਰੀਕੇ ਨਾਲ ਕਰਨੇ ਆ ਕਿ ਜਿਹੜੇ 4 ਜਾਂ 5 ਕਨੈਕਟਰਸ ਆਪਾਂ BP1 ਦੇ ਵਿੱਚ ਯੂਜ਼ ਕਰ ਲਏ, ਉਹ ਤੁਸੀਂ BP2 ਦੇ ਵਿੱਚ ਯੂਜ਼ ਬਿਲਕੁਲ ਨਹੀਂ ਕਰਨੇ ਹੈਗੇ, ਠੀਕ ਆ। ਇਹ ਬਹੁਤ ਕਲੀਅਰ ਹੈਗਾ ਕਿ ਜਿਹੜੇ ਕਨੈਕਟਰਸ ਆਪਾਂ BP1 ਲਈ ਯੂਜ਼ ਕਰਾਂਗੇ ਉਹ BP2 ਲਈ ਨਹੀਂ ਯੂਜ਼ ਕਰਾਂਗੇ, ਠੀਕ ਆ। ਆਲਦੋ ਜਿਹੜਾ ਸੇਮ ਸਟਰਕਚਰ ਹੁੰਦਾ, ਸੇਮ ਸਟਰਕਚਰ ਆ ਫੋਲੋ ਕਰਨਾ ਆਪਾਂ BP1 ਐਂਡ BP2 ਦੇ ਵਿੱਚ, ਠੀਕ ਆ। ਵੀ ਲਾਈਕ ਆਪਣੇ ਕੋਲ ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਹੈ ਨਾ, ਐਗਜ਼ਾਮਪਲ ਐਂਡ ਰਿਜ਼ਲਟ, ਬਟ ਕਨੈਕਟਰ ਸੇਮ ਨਹੀਂ ਹੋਣੇ ਚਾਹੀਦੇ, ਠੀਕ ਆ। ਇਸ ਗੱਲ ਦਾ ਆਪਾਂ ਧਿਆਨ ਰੱਖਣਾ। ਹੁਣ ਚੱਲਦੇ ਹਾਂ। ਫਸਟ ਆਫ ਆਲ ਆਪਾਂ ਜਦੋਂ ਕਨੈਕਟਰ ਯੂਜ਼ ਕੀਤਾ ਪਹਿਲਾਂ ਟੂ ਬਿਗਨ ਵਿਦ, ਠੀਕ ਆ, ਤਾਂ ਇਸ ਤੋਂ ਬਾਅਦ ਕੌਮਾ। ਜਿੱਥੇ ਵੀ ਤੁਸੀਂ ਕਨੈਕਟਰ ਯੂਜ਼ ਕਰ ਲਿਆ ਇਹ ਗੱਲ ਧਿਆਨ ਰੱਖਣੀ ਕਿ ਕੌਮਾ ਯੂਜ਼ ਕਰਨਾ, ਠੀਕ ਆ। ਹੁਣ ਬੇਸਿਕ ਲਾਈਨ ਐਡ ਕਰ ਰਹੇ ਹਾਂ ਆਪਾਂ ਟਾਸਕ ਸਟੇਟਮੈਂਟ ਪਹਿਲਾਂ, ਠੀਕ ਆ। ਤਾਂ ਇਹ ਤੁਸੀਂ ਅਵੋਇਡ ਵੀ ਕਰ ਸਕਦੇ ਆ, ਇਹ ਬਿਲਕੁਲ ਤੁਹਾਡੇ 'ਤੇ ਹੈਗਾ, ਤੁਹਾਡੀ ਚੋਇਸ ਆ, ਤੁਸੀਂ ਕਰ ਸਕਦੇ ਜਾਂ ਨਹੀਂ ਕਰ ਸਕਦੇ। ਇਹ ਨਾ ਥੋੜ੍ਹਾ ਜਿਹਾ ਇਫੈਕਟਿਵ ਬਣ ਜਾਂਦਾ ਹੈਗਾ, ਹੈ ਨਾ, ਵੀ ਪਤਾ ਜਿਹਾ ਲੱਗ ਜਾਂਦਾ ਹੈਗਾ ਵੀ ਆਪਾਂ ਬੈਨੀਫਿਟਸ ਲਿਖਣ ਲੱਗੇ ਹਾਂ। ਤਾਂ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਐਡ ਕਰ ਲਓ ਜੇ ਵਧੀਆ ਹੈਗਾ ਗਾ, ਹੈ ਨਾ, ਜੇ ਆਪਾਂ ਕਰ ਸਕਦੇ ਹਾਂ, ਅਤੇ ਜੇ ਨਹੀਂ ਤਾਂ ਇਟਸ ਓਕੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ, ਦੇਰ ਆਰ ਸੈਵਰਲ ਬੈਨੀਫਿਟਸ ਕੈਨ ਬੀ ਅਟੇਨਡ ਬਾਏ ਇੰਪੋਜ਼ਿੰਗ ਹੈਵੀ ਟੈਕਸ ਔਨ ਫਾਸਟ ਫੂਡ, ਠੀਕ ਆ। ਤਾਂ ਕੀ ਇਹ ਸੈਵਰਲ ਬੈਨੀਫਿਟ ਜਿਹੜੇ ਲਏ ਜਾ ਸਕਦੇ ਹੈਗੇ ਆ, ਕਾਹਦੇ ਕਰਕੇ, ਜੇ ਇੰਪੋਜ਼ ਕਰ ਦਿੰਦੇ ਆ ਹੈਵੀ ਟੈਕਸ ਔਨ ਫਾਸਟ ਫੂਡ, ਠੀਕ ਆ। ਤਾਂ ਹੁਣ ਆਪਾਂ ਬੈਨੀਫਿਟ ਪਹਿਲਾਂ ਦੱਸ ਰਹੇ ਹਾਂ। ਦੇਖੋ ਜੇ ਹੁਣ ਆਪਾਂ ਇੱਥੇ ਬੈਨੀਫਿਟ ਯੂਜ਼ ਕਰ ਲਿਆ ਹੈਗਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਆਪਾਂ ਨੈਕਸਟ BP ਦੇ ਵਿੱਚ ਬੇਸਿਕ ਲਾਈਨ ਲਿਖਾਂਗੇ, ਹੈ ਨਾ, ਤਾਂ ਆਪਾਂ ਜਿਹੜੀ ਵੋਕੈਬ ਦਾ ਪਾਰਟ ਕਵਰ ਕਰ ਲਈਏ, ਠੀਕ ਆ। ਬੈਨੀਫਿਟ ਲਿਖਿਆ ਤਾਂ ਆਪਾਂ ਚੇਂਜ ਕਰ ਦਾਂਗੇ, ਠੀਕ ਆ। ਤਾਂ ਹੁਣ ਆਪਾਂ ਕੀ ਕਰ ਰਹੇ ਹਾਂ, ਇੰਪੋਜ਼ਿੰਗ ਹੈਵੀ ਟੈਕਸ। ਤਾਂ ਦੇਖੋ ਉਹਨਾਂ ਨੇ ਆਪਾਂ ਨੂੰ ਹਾਇਰ ਟੈਕਸ ਕਿਹਾ ਸੀਗਾ ਨਾ ਸਟੇਟਮੈਂਟ ਦੇ ਵਿੱਚ, ਤਾਂ ਆਪਾਂ ਹੈਵੀ ਟੈਕਸ ਜਿਹੜਾ ਯੂਜ਼ ਕਰ ਰਹੇ ਹਾਂ, ਇਹਦੇ ਨਾਲ ਆਪਣਾ ਜਿਹੜਾ ਵੋਕੈਬ ਪਾਰਟ ਕਵਰ ਹੁੰਦਾ। ਤਾਂ ਸੈਂਟੈਂਸ ਵੇਰੀਏਸ਼ਨਸ ਦੀ ਵੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ। ਹੁਣ ਆਪਾਂ ਚੱਲਦੇ ਹਾਂ ਜਿਹੜਾ ਆਪਾਂ ਟਾਸਕ ਸਟੇਟਮੈਂਟ ਲਈ ਕੀ ਆਪਾਂ ਫਸਟ ਐਂਡ ਫੋਰਮੋਸਟ ਇਜ਼ ਦੈਟ, ਜਿਹੜਾ ਫਸਟ ਆਪਾਂ ਤੁਸੀਂ ਯੂਜ਼ ਕਰ ਲੈਣਾ ਉਹਦੇ ਲਈ ਲਿਖ ਸਕਦੇ ਹੈਗੇ ਆਪਾਂ ਫਸਟ ਐਂਡ ਫੋਰਮੋਸਟ, ਜਿਹੜਾ ਪਹਿਲਾ ਪੁਆਇੰਟ ਹੁੰਦਾ ਆਪਣਾ, ਇਜ਼ ਦੈਟ ਦ ਰੇਜ਼ਡ ਮਨੀ, ਜਿਹੜੀ ਰੇਜ਼ਡ ਮਨੀ ਹੈ ਜਾਣੀ ਕਿ ਜਿਹੜੀ ਉਹ ਤੋਂ ਮਿਲੀ ਹੋਗੀ ਟੈਕਸ ਤੋਂ, ਕੁਡ ਬੀ ਯੂਜ਼ ਟੂ ਪ੍ਰੋਵਾਈਡ ਬੈਟਰ ਹੈਲਥ ਫੈਸਿਲਿਟੀਜ਼ ਟੂ ਪੇਸ਼ੈਂਟਸ। ਤਾਂ ਕੀ ਕੀਤੀ ਜਾ ਸਕਦੀ ਹੈ, ਜਿਹੜੀ ਰੇਜ਼ਡ ਮਨੀ ਹੈਗੀ ਆ ਉਹ ਮਤਲਬ ਕਿ ਯੂਜ਼ ਕੀਤੀ ਜਾ ਸਕਦੀ ਆ ਕਿ ਬੈਟਰ ਜਿਹੜੀਆਂ ਫੈਸਿਲਿਟੀਜ਼ ਆ ਉਹ ਪ੍ਰੋਵਾਈਡ ਕਰਵਾਈਆਂ ਜਾਣ, ਕਿਹਨਾਂ ਨੂੰ, ਪੇਸ਼ੈਂਟਸ ਨੂੰ। ਦੇਖੋ ਹੁਣ ਜੇ ਆਪਾਂ ਇੱਥੇ ਪੀਪਲ ਲਿਖ ਦਿੰਦੇ, ਹੈ ਨਾ, ਉਹ ਵੀ ਆਪਣਾ ਬਿਲਕੁਲ ਸਹੀ ਹੋ ਜਾਣਾ ਸੀਗਾ ਕਿ ਬੈਟਰ ਹੈਲਥ ਫੈਸਿਲਿਟੀਜ਼ ਟੂ ਪੀਪਲ, ਠੀਕ ਆ। ਤਾਂ ਪੀਪਲ ਲਿਖ ਸਕਦੇ ਸੀ, ਸਿਟੀਜ਼ਨਸ ਲਿਖਦੇ, ਹਿਊਮਨ ਬੀਂਗਸ ਲਿਖ ਸਕਦੇ ਸੀ, ਇੰਡੀਵਿਜੂਅਲ ਲਿਖ ਸਕਦੇ, ਸਹੀ ਆ। ਬਟ ਆਪਾਂ ਐਕੂਰੇਟ ਵਰਡ ਦੇਖਿਆ, ਹੈ ਨਾ, ਕਿ ਪੇਸ਼ੈਂਟ। ਦੇਖੋ ਜਿਹਨੂੰ ਮਤਲਬ ਕਿ ਟ੍ਰੀਟਮੈਂਟ ਦੀ ਜ਼ਰੂਰਤ ਹੋਊਗੀ ਉਹ ਪੇਸ਼ੈਂਟ ਹੀ ਹੋਊਗਾ ਅਫਕੋਰਸ, ਹੈ ਨਾ। ਤਾਂ ਇਸ ਲਈ ਆਪਾਂ ਉਹ ਵਰਡ ਯੂਜ਼ ਕੀਤਾ ਹੈਗਾ ਪੇਸ਼ੈਂਟਸ, ਠੀਕ ਆ। ਇਹਦੇ ਨਾਲ ਆਪਣਾ ਜਿਹੜਾ ਵੋਕੈਬ, ਹੈ ਨਾ, ਪਾਰਟ ਕਵਰ ਹੁੰਦਾ ਹੈਗਾ ਅਤੇ ਥੋੜ੍ਹਾ ਜਿਹਾ ਜਿਹੜੀ ਲਿਖਿਆ ਵਧੀਆ ਲੱਗਦਾ ਹੈਗਾ। ਤਾਂ ਅੱਗੇ ਆਪਣੇ ਕੋਲ ਜਿਹੜੀ ਟਾਸਕ ਸਟੇਟਮੈਂਟ ਹੋ ਗਈ। ਹੁਣ ਆਪਣੇ ਕੋਲ ਨੈਕਸਟ ਕੀ ਸੀਗਾ BP ਦੇ ਵਿੱਚ, ਦੇਖੋ ਟਾਸਕ ਸਟੇਟਮੈਂਟ TS ਹੋ ਗਈ। ਹੁਣ ਆਪਣੀ ਕੀ ਹੈਗੀ ਐਕਸਪਲੇਨੇਸ਼ਨ, ਤੇ ਐਕਸਪਲੇਨੇਸ਼ਨ ਤੋਂ ਬਾਅਦ ਆਪਾਂ ਐਗਜ਼ਾਮਪਲ ਐਡ ਕਰਨੀ ਹੈ। ਦੋਨੇ ਚੀਜ਼ਾਂ ਪਹਿਲਾਂ ਕਰਦੇ ਹਾਂ ਜਾ ਕੇ। ਹੁਣ ਐਕਸਪਲੇਨੇਸ਼ਨ ਲਈ ਵੀ ਆਪਾਂ ਨੂੰ ਇੱਕ ਕਨੈਕਟਰ ਚਾਹੀਦਾ ਅਫਕੋਰਸ, ਜਦੋਂ ਆਪਾਂ ਇੱਕ ਨਵਾਂ ਚੇਂਜ ਕਰਨਾ ਹੈਗਾ, ਹੈ ਨਾ, BP ਦੇ ਵਿੱਚ ਇੱਕ ਕਨੈਕਟਰ ਚਾਹੀਦਾ। ਅਤੇ ਕਨੈਕਟਰ ਲਈ ਆਪਾਂ ਕੀ ਕੀਤਾ, ਟੂ ਐਲੈਬੋਰੇਟ ਇਟ, ਠੀਕ ਆ। ਜਦੋਂ ਇਹਨੂੰ ਐਕਸਪਲੇਨ ਕਰਨਾ ਹੋਵੇ ਨਾ ਹੋਰ, ਤਾਂ ਤੁਸੀਂ ਉਦੋਂ ਆਪਾਂ ਲਿਖ ਸਕਦੇ ਹਾਂ ਕਿ ਐਲੈਬੋਰੇਟ ਕਰਨਾ ਇਹਨੂੰ ਅਸੀਂ, ਤਾਂ ਇਸ ਲਈ ਕੀ ਆ, ਟੂ ਐਲੈਬੋਰੇਟ ਇਟ, ਠੀਕ ਆ। ਤਾਂ ਕੌਮਾ ਯੂਜ਼ ਕੀਤਾ। ਦੈਨ ਕੀ ਆ, ਹਾਇਰ ਟੈਕਸ, ਪਹਿਲਾਂ ਹੈਵੀ ਟੈਕਸ ਲਿਖਤਾ, ਹੁਣ ਹਾਇਰ ਟੈਕਸ ਲਿਖਤਾ ਹੈਗਾ, ਠੀਕ ਆ। ਅਤੇ ਇਹਨਾਂ ਵੋਕੈਬ ਪਾਰਟ ਕਵਰ ਹੁੰਦਾ। ਹਾਇਰ ਟੈਕਸ ਔਨ ਫੂਡ, ਤਾਂ ਜਿਹੜਾ ਫੂਡ 'ਤੇ ਜਿਹੜਾ ਹਾਇਰ ਟੈਕਸ ਆ ਉਹ ਕੀ ਕਰ ਸਕਦਾ, ਪ੍ਰੋਵਾਈਡ ਅ ਹਿਊਜ ਅਮਾਊਂਟ ਆਫ ਮਨੀ ਆਉਣਾ ਸੀਗਾ, ਹੈ ਨਾ। ਤਾਂ ਇੱਥੇ ਕੀ ਹੈ, ਪ੍ਰੋਵਾਈਡ ਅ ਹਿਊਜ ਅਮਾਊਂਟ ਆਫ ਮਨੀ, ਠੀਕ ਆ, ਮਨੀ ਐਡ ਕਰ ਲਓ, ਟੂ ਗੌਰਮੈਂਟ। ਤਾਂ ਜਿਹੜੀ ਹਿਊਜ ਅਮਾਊਂਟ ਆਫ ਮਨੀ ਆ ਉਹ ਗੌਰਮੈਂਟ ਨੂੰ ਪ੍ਰੋਵਾਈਡ ਕਰਾਊਗੀ, ਠੀਕ ਆ, ਜਿਹੜੇ ਟੈਕਸ ਹੈਗੇ ਆ। ਐਂਡ ਦੇ ਕੈਨ ਯੂਜ਼ ਦਿਸ ਮਨੀ, ਤਾਂ ਜਿਹੜੀ ਗੌਰਮੈਂਟ ਹੈਗੀ ਉਹ ਕੀ ਕਰ ਸਕਦੀ ਹੈ, ਯੂਜ਼ ਕਰ ਸਕਦੀ ਹੈ ਇਸ ਮਨੀ ਨੂੰ ਟੂ ਪ੍ਰੋਵਾਈਡ ਗੁੱਡ ਐਕਸੈਸ ਆਫ ਹੈਲਥ ਅਮੈਨਿਟੀਜ਼, ਠੀਕ ਆ। ਤਾਂ ਪਹਿਲਾਂ ਆਪਾਂ ਫੈਸਿਲਿਟੀਜ਼ ਕਰ ਦਿੱਤਾ ਸੀਗਾ, ਤਾਂ ਹੁਣ ਆਪਾਂ ਕੀ ਕਰ ਰਹੇ ਹਾਂ, ਅਮੈਨਿਟੀਜ਼ ਕਰ ਰਹੇ ਹਾਂ। ਇਹਦੇ ਨਾਲ ਵੋਕੈਬ ਪਾਰਟ ਕਵਰ ਹੋ ਰਿਹਾ, ਠੀਕ ਆ। ਫੈਸਿਲਿਟੀਜ਼ ਅਤੇ ਅਮੈਨਿਟੀਜ਼ ਸੇਮ ਹੁੰਦਾ, ਤਾਂ ਹੈਲਥ ਲਈ ਆਪਾਂ ਜਿਹੜਾ ਹੈਲਥ ਵਰਡ ਲਿਖਤਾ ਹੈਗਾ। ਤਾਂ ਐਕਸੈਸ ਹੁੰਦਾ ਕਿ ਪਹੁੰਚ, ਚੰਗੀ ਪਹੁੰਚ ਜਿਹੜੀ ਕਰ ਸਕਦੀ ਹੈਗੀ ਆ ਹੈਲਥ ਅਮੈਨਿਟੀਜ਼ ਤੱਕ, ਠੀਕ ਆ, ਜਿਹੜੀ ਇਹ
ਅਮਾਊਂਟ ਹੈਗੀ ਆ। ਹੁਣ ਆਪਣੀ ਐਕਸਪਲੇਨੇਸ਼ਨ ਹੋ ਗਈ। ਦੇਖੋ ਟਾਸਕ ਸਟੇਟਮੈਂਟ ਦੇ ਵਿੱਚ ਆਪਾਂ ਸਿੰਪਲੀ ਇਹ ਦੱਸਦਾ ਕਿ ਫਸਟ ਐਂਡ ਫੋਰਮੋਸਟ ਇਜ਼ ਦੈਟ ਦ ਰੇਜ਼ਡ ਮਨੀ ਕੁਡ ਬੀ ਯੂਜ਼ ਟੂ ਪ੍ਰੋਵਾਈਡ ਬੈਟਰ ਹੈਲਥ ਫੈਸਿਲਿਟੀਜ਼ ਟੂ ਪੇਸ਼ੈਂਟਸ, ਠੀਕ ਆ। ਪੇਸ਼ੈਂਟਸ ਨੂੰ ਇਹ ਜਿਹੜੇ ਬੈਟਰ ਫੈਸਿਲਿਟੀਜ਼ ਪ੍ਰੋਵਾਈਡ ਕਰਾਉਂਦੀ ਆ। ਬਾਅਦ ਚੋਂ ਆਪਾਂ ਟੂ ਇਲੈਬੋਰੇਟ ਕੀਤਾ, ਹਾਇਰ ਟੈਕਸਿਸ ਔਨ ਫੂਡ ਪ੍ਰੋਵਾਈਡ ਅ ਹਿਊਜ ਅਮਾਊਂਟ ਆਫ ਮਨੀ ਟੂ ਗਵਰਨਮੈਂਟ ਐਂਡ ਦੀ ਕੈਨ ਯੂਜ਼ ਦਿਸ ਮਨੀ ਟੂ ਪ੍ਰੋਵਾਈਡ ਗੁੱਡ ਐਕਸੈਸ ਆਫ ਹੈਲਥ ਅਮੈਨਿਟੀਜ਼। ਇੱਥੋਂ ਤੁਸੀਂ ਇੰਨਾ ਆਪ ਪੜ੍ਹ ਕੇ ਦੇਖੋ ਕਿ ਜੋ ਆਪਾਂ ਜਿਹੜਾ ਆਈਡੀਆ ਦੇ ਰਹੇ ਹਾਂ ਹੈਗਾ ਉਹ ਆਈਡੀਆ ਤੁਹਾਨੂੰ ਸਮਝ ਆ ਰਿਹਾ ਆਪਣਾ ਵੀ ਹਾਂ ਇਹੀ ਆਈਡੀਆ ਆਪਾਂ ਦੇ ਰਹੇ ਹਾਂ, ਠੀਕ ਆ। ਤਾਂ ਇੰਨਾ ਕੁ ਜਿੰਨਾ ਕੁ ਆਪਾਂ ਨੂੰ ਸਮਝ ਆ ਰਿਹਾ ਉਹਨਾਂ ਕੁ ਐਗਜ਼ਾਮੀਨਰ ਨੂੰ ਪਤਾ ਲੱਗਣਾ ਚਾਹੀਦਾ ਕਿ ਜੇ ਆਪਣੇ ਹਾਇਰ ਜਿਹੜੇ ਹੈਗੇ ਉਹ ਮਤਲਬ ਹੈਲਥ ਫੈਸਿਲਿਟੀਜ਼ ਪ੍ਰੋਵਾਈਡ ਕਰਵਾ ਸਕਦੇ ਆਪਾਂ ਸਿੰਪਲੀ ਲਿਖਤਾ ਹੈ ਨਾ, ਪਰ ਇਹ ਨਹੀਂ ਨਾ ਪਤਾ ਆਪਾਂ ਨੂੰ ਕਿਵੇਂ ਲਿਖ ਸਕਦੇ, ਕਿਵੇਂ ਕਰਵਾ ਸਕਦੇ। ਬਾਅਦ 'ਚੋਂ ਆਪਾਂ ਜਿਹੜੀ ਇਲੈਬੋਰੇਸ਼ਨ ਦੇ ਵਿੱਚ ਦੱਸਿਆ ਕਿ ਜਦੋਂ ਗੌਰਮੈਂਟ ਨੂੰ ਮਨੀ ਮਿਲੂਗੀ ਫਿਰ ਗੌਰਮੈਂਟ ਉਹ ਜਿਹੜੀ ਮਨੀ ਆ ਇਹਨਾਂ ਚੀਜ਼ਾਂ ਲਈ ਯੂਜ਼ ਕਰ ਸਕਦੀ ਹੈ, ਠੀਕ ਆ। ਤਾਂ ਇਹ ਹੋ ਗਈ ਆਪਣੀ ਐਕਸਪਲੇਨੇਸ਼ਨ। ਤਾਂ ਹੁਣ ਆਪਣੇ ਕੋਲ ਕੀ ਆ ਗਿਆ ਫੋਰ ਐਗਜ਼ਾਮਪਲ। ਤਾਂ ਇਹਦੇ ਲਈ ਵੀ ਇੱਕ ਕਨੈਕਟਰ ਯੂਜ਼ ਕਰਨਾ, ਫੋਰ ਐਗਜ਼ਾਮਪਲ ਕੋਮਾ ਅ ਸਰਵੇ ਵਾਸ ਕੰਡਕਟਡ ਬਾਈ। ਤੁਸੀਂ ਐਗਜ਼ਾਮਪਲ ਦੇ ਵਿੱਚ ਸਰਵੇ ਵੀ ਲਿਖ ਸਕਦੇ ਹੈਗੇ ਆ, ਸਟੱਡੀ ਵੀ ਲਿਖ ਸਕਦੇ ਹੈਗੇ ਆ, ਤਾਂ ਸਿੰਪਲੀ ਵੀ ਤੁਸੀਂ ਜਿਹੜੀ ਐਗਜ਼ਾਮਪਲ ਦੇ ਸਕਦੇ ਆ। ਬਸ ਇੱਕ ਐਗਜ਼ਾਮਪਲ ਦਾ ਇਹ ਧਿਆਨ ਹੋਵੇ ਕਿ ਪਰਸਨਲ ਐਗਜ਼ਾਮਪਲ ਨਾ ਹੋਵੇ, ਠੀਕ ਆ। ਫੋਰ ਐਗਜ਼ਾਮਪਲ ਅ ਸਰਵੇ ਵਾਸ ਕੰਡਕਟਡ ਬਾਏ ਅ ਨਿਊਜ਼ ਚੈਨਲ। ਇੱਕ ਨਿਊਜ਼ ਚੈਨਲ ਦੇ ਦੁਆਰਾ ਇੱਕ ਜਿਹੜਾ ਸਰਵੇ ਸੀਗਾ ਜਿਹੜਾ ਕੰਡਕਟ ਕੀਤਾ ਗਿਆ ਸੀਗਾ ਕਿ ਉਹਨੇ ਕੀ ਫਾਊਂਡ ਕੀਤਾ, ਫਾਊਂਡ ਦੈਟ ਇੰਡੀਅਨ ਗੌਰਮੈਂਟ ਗॉट ਅ ਹਾਇਰ ਅਮਾਊਂਟ, ਠੀਕ ਆ। ਤਾਂ ਆਪਾਂ ਪਾਸ ਦੇ ਵਿੱਚ ਸਰਵੇ ਦੀ ਗੱਲ ਕਰ ਰਹੇ ਹਾਂ। ਗॉट ਅ ਹਾਇਰ ਅਮਾਊਂਟ ਆਫ ਮਨੀ, ਤਾਂ ਜਿਹੜੀ ਉਹਨੇ ਇੱਕ ਵੱਡੀ ਅਮਾਊਂਟ ਜਿਹੜੀ ਮਨੀ ਦੀ ਸੀਗੀ ਉਹ ਪ੍ਰਾਪਤ ਕੀਤੀ ਕਿੱਥੋਂ, ਫਰੋਮ ਟੈਕਸ ਤੋਂ, ਠੀਕ ਹੈ, ਐਜ਼ ਕੰਪੇਅਰ ਟੂ ਅਦਰ ਸੈਕਟਰਸ। ਤਾਂ ਹੁਣ ਆਪਾਂ ਜਿਹੜੀ ਕੰਪੈਰੀਜ਼ਨ ਵਾਲੀ ਸੈਂਟੈਂਸ ਟਾਈਪ ਯੂਜ਼ ਕੀਤੀ ਹੈਗੀ ਹੈ। ਜਦੋਂ ਆਪਾਂ ਇੱਕ ਚੀਜ਼ ਦਾ ਕਿਸੇ ਨਾਲ ਕੰਪੈਰੀਜ਼ਨ ਕਰਨਾ ਹੋਵੇ ਉਦੋਂ ਆਪਾਂ ਇੱਦਾਂ ਲਿਖ ਦਿੰਦੇ ਹਾਂ ਕਿ ਐਜ਼ ਕੰਪੇਅਰ ਟੂ ਇਸ ਚੀਜ਼ ਨਾਲ, ਠੀਕ ਹੈ, ਜੋ ਵੀ ਜਿੰਨਾ ਕੰਪੈਰੀਜ਼ਨ ਕਰਨਾ ਹੋਵੇ। ਆਪਾਂ ਕੀ ਸਰਵੇ ਦੇ ਵਿੱਚ ਦੱਸਦਾ ਕਿ ਗੌਰਮੈਂਟ ਨੇ ਨਾ ਮਤਲਬ ਕਿ ਇੱਕ ਹਾਇਰ ਅਮਾਊਂਟ ਜਿਹੜੀ ਸੀਗੀ ਮਨੀ ਦੀ ਉਹ ਲਈ ਸੀਗੀ, ਕਿੱਥੋਂ ਉਹਨੂੰ ਮਿਲੀ ਸੀਗੀ, ਟੈਕਸਿਸ ਤੋਂ, ਜਿਹੜੇ ਉਹ ਟੈਕਸ ਲਾਉਂਦੇ ਹੈਗੇ ਉਹਨਾਂ ਤੋਂ, ਠੀਕ ਹੈ, ਐਜ਼ ਕੰਪੇਅਰ ਟੂ ਅਦਰ ਸੈਕਟਰ। ਹੋਰ ਵੀ ਸੈਕਟਰ ਬਹੁਤ ਹੁੰਦੇ ਨਾ ਜਿਨ੍ਹਾਂ ਗੌਰਮੈਂਟ ਆਪਦਾ ਜਿਹੜਾ ਮੇਨਟੇਨ ਰੱਖਦੀ ਹੈ ਬਜਟ, ਹੈ ਨਾ, ਤਾਂ ਆਪਾਂ ਉਹ ਲਿਖਤਾ ਕਿ ਅਦਰ ਸੈਕਟਰਸ ਦੇ ਦੁਆਰਾ। ਅਤੇ ਕਿਹਦੇ ਵਿੱਚ ਇਨ ਆਪਾਂ ਟਾਈਮ ਦੇਤਾ 2016, ਠੀਕ ਆ। ਤਾਂ ਆਪਾਂ ਜਿਹੜਾ ਇਹ ਦੱਸਤਾ ਕਿ ਜਿਹੜਾ ਟਾਈਮ ਸੀਗਾ 2016 ਦੇ ਵਿੱਚ ਇਹ ਜਿਹੜਾ ਸਰਵੇ ਹੋਇਆ ਸੀਗਾ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਰਿਜ਼ਲਟ ਦੀ। ਹੁਣ ਆਪਣੇ ਕੋਲੇ ਦੇਖੋ ਤਿੰਨੇ ਚੀਜ਼ਾਂ ਹੋ ਗਈਆਂ ਆਪਣੀਆਂ। ਆਪਾਂ ਟਾਸਕ ਸਟੇਟਮੈਂਟ ਦੇਤੀ, ਬਾਅਦ ਚੋਂ ਐਕਸਪਲੇਨ ਵੀ ਕਰਤਾ ਕਿ ਕਿੱਦਾਂ ਵਾ, ਰੀਜ਼ਨ ਕੀ ਆ, ਹੈ ਨਾ, ਐਗਜ਼ਾਮਪਲ ਵੀ ਦੇ ਦਿੱਤੀ, ਇੱਕ ਸਰਵੇ ਐਡ ਕਰਤਾ। ਹੁਣ ਆਪਣਾ ਜਿਹੜਾ ਰਿਜ਼ਲਟ ਰਹਿ ਗਿਆ, ਤਾਂ ਰਿਜ਼ਲਟ ਲਈ ਚੱਲਦੇ ਹਾਂ। ਐਜ਼ ਅ ਰਿਜ਼ਲਟ ਇੱਕ ਜਿਹੜਾ ਕਨੈਕਟਰ ਯੂਜ਼ ਕੀਤਾ, ਤਾਂ ਕੋਮਾ ਲਾਇਆ ਜਦੋਂ ਤੁਸੀਂ ਰਿਜ਼ਲਟ ਲਈ। ਦੇਖੋ ਜਿਹੜਾ ਆਪਣੇ ਕੋਲ ਰਿਜ਼ਲਟ ਲਈ ਹੈਗਾ ਉਹ ਰਿਜ਼ਲਟ ਲਈ ਹੀ ਕਨੈਕਟਰ ਹੈਗਾ। ਜੋ ਐਗਜ਼ਾਮਪਲ ਲਈ ਐਡ ਕਰੇ ਉਹ ਐਗਜ਼ਾਮਪਲ ਲਈ ਹੀ ਲਾਉਣਾ, ਜੋ ਇਲੈਬੋਰੇਸ਼ਨ ਲਈ, ਜੋ ਸਟਾਰਟਿੰਗ ਲਈ ਉਹ ਸਟਾਰਟਿੰਗ ਲਈ, ਠੀਕ ਆ। ਤਾਂ ਤੁਸੀਂ ਉਸ ਤਰੀਕੇ ਨਾਲ ਨੋਟ ਕਰਨਾ। ਇਹ ਨਹੀਂ ਹੈਗਾ ਕਿ ਆਪਾਂ ਕਨੈਕਟਰ ਜਿਹੜੇ ਮਤਲਬ ਕਿ ਰੱਖ ਲਏ ਮਾਈਂਡ ਵਿੱਚ ਅਤੇ ਕਿਤੇ ਵੀ ਕਿਹੜਾ ਵੀ ਫਿੱਟ ਹੋ ਜਾਊਗਾ, ਨਹੀਂ, ਠੀਕ ਆ। ਤਾਂ ਇਹ ਧਿਆਨ ਰੱਖਣਾ ਥੋੜ੍ਹਾ ਜਿਹਾ। ਐਜ਼ ਅ ਰਿਜ਼ਲਟ ਕੋਮਾ ਇਟ ਵੁੱਡ ਬੀ ਬੈਨੀਫਿਸ਼ੀਅਲ ਫॉर ਬੋਥ। ਤਾਂ ਇਹ ਮਤਲਬ ਕਿ ਹੋਵੇਗਾ ਦੋਨਾਂ ਚੀਜ਼ਾਂ ਲਈ ਬੈਨੀਫਿਸ਼ੀਅਲ ਹੋਊਗਾ। ਕਿਹਦੇ ਲਈ, ਬੋਥ। ਦੇਖੋ ਇਹ ਵੀ ਸੈਂਟੈਂਸ ਇੱਕ ਵੇਰੀਏਸ਼ਨ ਆ ਗਈ, ਫॉर ਬੋਥ ਗੌਰਮੈਂਟ ਐਜ਼ ਵੈਲ ਐਜ਼ ਫॉर ਸਿਟੀਜ਼ਨਸ, ਠੀਕ ਆ। ਤਾਂ ਇੱਕ ਗੌਰਮੈਂਟ ਅਤੇ ਇੱਕ ਜਿਹੜੇ ਉੱਥੋਂ ਦੇ ਸਿਟੀਜ਼ਨਸ। ਦੇਖੋ ਇੱਥੇ ਵੀ ਆਪਾਂ ਇੱਕ ਵਰਡ ਲਾਇਆ ਹੈਗਾ ਸਿਟੀਜ਼ਨ। ਦੇਖੋ ਜਿਹੜੀ ਗੌਰਮੈਂਟ ਹੈਗੀ ਉਹ ਆਪਣੇ ਜਿਹੜੇ ਸਿਟੀਜ਼ਨਸ ਨੂੰ ਹੈ ਨਾ ਪ੍ਰੋਵਾਈਡ ਕਰਵਾਊਗੀ ਫੈਸਿਲਿਟੀਜ਼, ਤਾਂ ਉਹਨਾਂ ਲਈ ਬੈਨੀਫਿਸ਼ੀਅਲ ਹੋਇਆ ਨਾ। ਫਿਰ ਆਪਾਂ ਸਿਟੀਜ਼ਨ, ਇੱਥੇ ਪੀਪਲ ਵੀ ਦੇਖ ਸਕਦੇ ਸੀਗੇ, ਤਾਂ ਆਪਾਂ ਜਿਹੜਾ ਇੱਕ ਵਰਡ ਐਕੂਰੇਟ ਚੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਿਟੀਜ਼ਨਸ, ਠੀਕ ਆ। ਹੁਣ ਆਪਾਂ ਜਿਹੜਾ ਰਿਜ਼ਲਟ ਇਹ ਦੱਸਦਾ ਕਿ ਦੋਨਾਂ ਲਈ ਬੈਨੀਫਿਸ਼ੀਅਲ ਆ, ਅਤੇ ਇੱਕ ਸੈਂਟੈਂਸ ਵੇਰੀਏਸ਼ਨ ਵੀ ਹੋਗੀ, ਤਾਂ ਵਕੈਬ ਵੀ ਆਪਾਂ ਨਾਲ ਕਵਰ ਕਰ ਰਹੇ ਹਾਂ, ਠੀਕ ਆ। ਬੋਥ ਗੌਰਮੈਂਟ ਐਜ਼ ਵੈਲ ਐਜ਼ ਫॉर ਸਿਟੀਜ਼ਨਸ। ਤਾਂ ਇਹ ਹੋ ਗਿਆ ਆਪਣਾ ਰਿਜ਼ਲਟ। ਦੇਖੋ ਆਪਾਂ ਐਗਰੀ ਸੀਗੇ ਸਟੇਟਮੈਂਟ ਨਾਲ, ਹੈ ਨਾ। ਤਾਂ ਆਪਾਂ ਜਿਹੜਾ ਪਹਿਲਾ ਪੁਆਇੰਟ ਦੇਤਾ, ਕੀ ਪੁਆਇੰਟ ਸੀ ਆਪਣਾ ਕਿ ਜਿਹੜੀ ਮਨੀ ਰੇਜ਼ਡ ਹੁੰਦੀ ਆ ਟੈਕਸ ਤੋਂ, ਤਾਂ ਉਹ ਆਪਾਂ ਜਿਹੜੇ ਹੈਲਥ ਟਰੀਟਮੈਂਟ ਦੇਣ ਲਈ ਲੋਕਾਂ ਨੂੰ ਕਰ ਸਕਦੇ ਹਾਂ, ਠੀਕ ਆ। ਤਾਂ ਇਹ ਹੋ ਗਿਆ ਆਪਣਾ ਐਗਰੀ ਦਾ। ਹੁਣ ਆਪਣੇ ਕੋਲ ਜਿਹੜਾ ਸੈਕਿੰਡ ਪੁਆਇੰਟ ਆ, ਸੈਕਿੰਡ ਕੀ ਆ, ਮੇਕਿੰਗ ਦਾ ਫੂਡ ਮੋਰ ਐਕਸਪੈਂਸਿਵ ਵੁੱਡ ਸਟਾਪ ਪੀਪਲ ਫਰੋਮ ਈਟਿੰਗ ਇਟ। ਤਾਂ ਆਪਣਾ ਜਿਹੜਾ ਦੂਸਰਾ ਇਹ ਹੈਗਾ ਕਿ ਜਦੋਂ ਐਕਸਪੈਂਸਿਵ ਰੇਟ ਹੋ ਜਾਣਗੇ, ਹੈ ਨਾ, ਫੂਡ ਦੇ, ਤਾਂ ਉਦੋਂ ਲੋਕ ਇਹਨੂੰ ਖਾਣਾ ਛੱਡ ਦੇਣਗੇ। ਹੁਣ ਆਪਾਂ ਬੀਪੀ ਵਿੱਚ ਕੀ ਦੱਸਣਾ ਹੈਗਾ, ਕਿਉਂ ਖਾਣਾ ਛੱਡ ਦੇਣਗੇ, ਕਿਹੜੀ ਗੱਲੋਂ, ਹੈ ਨਾ, ਕੀ ਇਹਦੇ ਪਿੱਛੇ ਰੀਜ਼ਨ ਆ, ਕਾਹਤੋਂ ਛੱਡ ਦੇਣਗੇ ਜਦੋਂ ਐਕਸਪੈਂਸਿਵ ਹੋ ਜਾਊਗਾ, ਉਹ ਆਪਾਂ ਸਾਰੀ ਦੱਸਾਂਗੇ। ਹੁਣ ਦੇਖੋ ਬੇਸਿਕ ਲਾਈਨ ਲਿਖੀ ਸੀ ਨਾ ਆਪਾਂ BP1 ਦੇ ਵਿੱਚ, ਦੇਰ ਆਰ ਸੈਵਰਲ ਬੈਨੀਫਿਟ ਕੈਨ ਬੀ ਅਟੇਨਡ ਬਾਈ ਇੰਪੋਜ਼ਿੰਗ ਹੈਵੀ ਟੈਕਸ ਔਨ ਫਾਸਟ ਫੂਡ। ਤਾਂ ਹੁਣ BP2 ਲਈ ਵੀ ਲਿਖਦੇ ਹਾਂ। BP2 ਲਈ ਕੀ ਲਿਖਣੀ ਹੈ, ਸ਼ਿਫਟਿੰਗ ਟੂਵਰਡ ਦਾ ਅਨਦਰ ਐਡਵਾਂਟੇਜ ਆਫ ਰੇਜ਼ਿੰਗ ਟੈਕਸ, ਠੀਕ ਆ। ਪਹਿਲੀ ਤਾਂ ਆਪਾਂ ਜਿਹੜਾ ਵਕੈਬ ਚੇਂਜ ਕੀਤੀ ਹੈ, ਦੇਖੋ ਪਹਿਲਾਂ ਤਾਂ ਆਪਾਂ ਇਹ ਲਾਈਨ ਹੀ ਚੇਂਜ ਕਰਤੀ, ਉੱਥੇ ਆਪਾਂ ਦੇਰ ਆਰ ਸੈਵਰਲ ਬੈਨੀਫਿਟਸ ਵਾਲੀ ਲਾਈਨ ਲਿਖੀ ਸੀ, ਹੈ ਨਾ, ਇੱਥੇ ਆਪਾਂ ਕਰਤਾ ਸ਼ਿਫਟਿੰਗ ਟੂਵਰਡ ਦਾ ਅਨਦਰ, ਠੀਕ ਆ, ਅਨਦਰ ਵਾਲੀ। ਫਿਰ ਉੱਥੇ ਆਪਾਂ ਨੂੰ ਕੀ ਉਹਨਾਂ ਨੇ ਕਿਹਾ ਸੀਗਾ ਕਿ ਬੈਨੀਫਿਟਸ, ਆਪਾਂ ਕੀ ਲਿਖਿਆ ਸੀ, ਬੈਨੀਫਿਟਸ, ਠੀਕ ਆ, ਬੈਨੀਫਿਟ। ਅਤੇ ਇੱਥੇ ਆਪਾਂ ਕੀ ਲਿਖਤਾ, ਐਡਵਾਂਟੇਜ, ਠੀਕ ਆ। ਤਾਂ ਉਹ ਵੀ ਸੇਮ ਹੋ ਗਿਆ, ਬੈਨੀਫਿਟ ਐਂਡ ਐਡਵਾਂਟੇਜ, ਬਟ ਆਪਾਂ ਵਰਡ ਚੇਂਜ ਕਰਤਾ। ਤਾਂ ਇੱਥੇ ਆਪਣੇ ਕੋਲ ਕੀ ਹੈਗਾ, ਰੇਜ਼ਿੰਗ ਟੈਕਸ, ਤਾਂ ਇੱਥੇ ਆਪਾਂ ਕੀ ਲਿਖਿਆ ਸੀ, ਇੰਪੋਜ਼ਿੰਗ ਹੈਵੀ ਟੈਕਸ।
ਤਾਂ ਜਿਹੜੀ ਆਪਣੀ ਜਿਹੜੀ ਲਾਈਨ ਹੈਗੀ ਹੈ ਬੇਸਿਕ ਉਹ ਵੀ ਚੇਂਜ ਹੋ ਗਈ, ਠੀਕ ਆ। ਤਾਂ ਹੁਣ ਆਪਾਂ ਕੀ ਕਰਨਾ ਹੈਗਾ ਗਾ, ਜਿਹੜੀ ਮੇਨ ਆਪਾਂ ਕੀ ਕਰਾਂਗੇ, ਟਾਸਕ ਸਟੇਟਮੈਂਟ ਦੇਵਾਂਗੇ। ਸਟਰਕਚਰ ਸੇਮ ਹੋਊਗਾ, ਕਨੈਕਟਰਸ ਚੇਂਜ ਹੋਣਗੇ, ਸੈਂਟੈਂਸ ਵੇਰੀਏਸ਼ਨ ਚੇਂਜ ਹੋਊਗੀ, ਠੀਕ ਆ। ਤਾਂ ਵੋਕੈਬ ਦਾ ਪਾਰਟ ਕਵਰ ਕਰਾਂਗੇ ਆਪਾਂ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਦ ਐਕਸਪੈਂਸਿਵ ਫੂਡ, ਮੇਨ ਜਿਹੜੇ ਟਾਸਕ ਸਟੇਟਮੈਂਟ ਹੈਗੀ ਆ, ਦੈਟ ਐਕਸਪੈਂਸਿਵ ਫੂਡ ਵੁੱਡ ਸਟੋਪ ਪੀਪਲ ਫਰੋਮ ਈਟਿੰਗ ਇਟ, ਠੀਕ ਆ। ਜਿਹੜੀ ਆਪਾਂ ਲਿਖਤਾ ਸੀਗਾ ਆਈਡੀਆ, ਤਾਂ ਇਹ ਆਪਾਂ ਜਿਹੜਾ ਇੱਥੋਂ ਫੁੱਲ ਸਟੋਪ ਕਰਤਾ, ਠੀਕ ਆ। ਇਹ ਆਪਣੀ ਟਾਸਕ ਸਟੇਟਮੈਂਟ ਹੋ ਗਈ। ਹੁਣ ਐਕਸਪਲੇਨ ਕਰਨਾ ਕਿ ਕਿਉਂ ਸਟੋਪ ਹੋ ਜਾਊਗਾ, ਠੀਕ ਆ। ਟੂ ਐਕਸਪਲੇਨ ਇਟ, ਇਫ ਗੌਰਮੈਂਟ ਰੇਜ਼ ਦ ਟੈਕਸ ਰੇਟ, ਜੇ ਗੌਰਮੈਂਟ ਜਿਹੜੀ ਹੈਗੀ ਹੈ ਟੈਕਸ ਰੇਟ ਰੇਜ਼ ਕਰ ਦੇਗੀ, ਵਧਾ ਦੂਗੀ, ਠੀਕ ਆ, ਫॉर ਜੰਕ ਫੂਡ, ਕਾਹਦੇ ਲਈ, ਜੰਕ ਫੂਡ 'ਤੇ, ਠੀਕ ਆ। ਤਾਂ ਫਿਰ ਕੀ ਹੋਊਗਾ, ਸਿਗਨੀਫਿਕੈਂਟਲੀ ਦਾ ਫੂਡ ਪ੍ਰੋਡਿਊਸਡ ਵਿਲ ਚਾਰਜ ਹਾਇਰ ਦੇਅਰ ਕਸਟਮਰ, ਠੀਕ ਆ। ਤਾਂ ਐਲੈਬੋਰੇਸ਼ਨ ਵਿੱਚ ਆਪਾਂ ਇਹ ਦੱਸਦਾ ਪਹਿਲਾਂ ਕਿ ਜੇ ਗੌਰਮੈਂਟ ਹੈਗੀ ਹੈ ਰੇਟ ਵਧਾ ਦੂਗੀ ਤਾਂ ਫਿਰ ਅਫਕੋਰਸ ਇਹੀ ਹੈਗਾ ਕਿ ਜਿਹੜੇ ਫੂਡ ਪ੍ਰੋਡਿਊਸਰ, ਜਿਹੜੇ ਫੂਡ ਨੂੰ ਪ੍ਰੋਡਿਊਸ ਕਰਦੇ ਆ, ਤਾਂ ਉਹ ਕੀ ਕਰਨਗੇ, ਜ਼ਿਆਦਾ ਚਾਰਜ ਹਾਇਰ, ਜਿਹੜੇ ਹਾਇਰ ਚਾਰਜ ਕਰਨਗੇ ਉਹਨਾਂ ਨੂੰ, ਕਸਟਮਰ ਨੂੰ। ਤਾਂ ਦੇਖੋ ਇੱਥੇ ਆਪਾਂ ਕੀ ਕਰ ਦਿੱਤਾ, ਚਾਰਜ ਹਾਇਰ, ਇਹ ਵੀ ਵੋਕੈਬ ਦਾ ਪਾਰਟ ਕਵਰ ਹੋ ਗਿਆ ਆਪਣਾ। ਦੇਅਰ ਕਸਟਮਰ, ਤਾਂ ਜਿਹੜੇ ਕਸਟਮਰ ਨੂੰ ਆਫਕੋਰਸ ਜ਼ਿਆਦਾ ਕੀਮਤ ਲਾਉਣਗੇ, ਹੈ ਨਾ। ਤਾਂ ਇਹਦੇ ਨਾਲ ਕੀ ਹੋਊਗਾ, ਦੈਨ ਫਿਰ ਕੀ ਹੋਊਗਾ, ਪੀਪਲ ਹੂ ਆਰ ਨੋਟ ਏਬਲ ਟੂ ਪੇ ਟੈਕਸ, ਜਿਹੜੇ ਲੋਕ ਹੈਗੇ ਆ ਨਹੀਂ ਪੇ ਕਰ ਸਕਦੇ, ਏਬਲ ਨਹੀਂ ਹੈਗੇ, ਉਹ ਯੋਗ ਨਹੀਂ ਹੈਗੇ ਕਿ ਟੈਕਸ ਪੇ ਕਰ ਦੇਣ, ਤਾਂ ਉਹ ਕੀ ਕਰਨਗੇ, ਦੇ ਹੈਵ ਟੂ। ਤਾਂ ਦੇਖੋ ਹੈਵ ਟੂ ਦਾ ਮਤਲਬ ਪਤਾ ਕੀ ਹੁੰਦਾ, ਜਿੱਥੇ ਆਪਾਂ ਹੈਵ ਟੂ ਯੂਜ਼ ਕਰਨਾ ਹੁੰਦਾ ਉੱਥੇ ਆਪਾਂ ਮਤਲਬ ਕਿ ਆਪਣੀ ਪਰਸਨਲ ਕੋਈ ਵਿਸ਼ ਨਹੀਂ ਹੈਗੀ ਕਿ ਵੀ ਮੈਂ ਚਾਹ ਰਿਹਾ ਇਹ ਕੰਮ ਜਾਂ ਨਹੀਂ ਚਾਹ ਰਿਹਾ, ਠੀਕ ਆ। ਵੀ ਮੇਰੀ ਕੋਈ ਪਰਸਨਲ ਵਿਸ਼ ਨਹੀਂ ਹੈਗੀ, ਬਟ ਕਰਨਾ ਹੀ ਪੈਣਾ ਹੈ, ਠੀਕ ਆ। ਤਾਂ ਉੱਥੇ ਆਪਾਂ ਹੈਵ ਟੂ ਯੂਜ਼ ਕਰ ਲੈਂਦੇ। ਸਿੰਪਲੀ ਵਰਡਸ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਜਿੱਥੇ ਆਪਾਂ ਨੂੰ ਹੈਵ ਟੂ ਮਤਲਬ ਕਿ ਕਰਨਾ ਹੀ ਪਊਗਾ, ਉੱਥੇ ਤੁਸੀਂ ਯੂਜ਼ ਕਰਨਾ ਹੈਗਾ। ਦੇ ਹੈਵ ਟੂ ਕੰਟਰੋਲ ਦ ਡਿਮਾਂਡ ਆਫ ਫਾਸਟ ਫੂਡ, ਤਾਂ ਫਿਰ ਉਹਨਾਂ ਨੂੰ ਕੰਟਰੋਲ ਕਰਨੀ ਪਊਗੀ ਜਿਹੜੀ ਡਿਮਾਂਡ ਹੈਗੀ ਫਾਸਟ ਫੂਡ ਦੀ, ਹੈ ਨਾ। ਜਿੰਨੀ ਉਹ ਡਿਮਾਂਡ ਕਰਦੇ ਆ ਵੀ ਮੈਨੂੰ ਇੰਨਾ ਫਾਸਟ ਫੂਡ ਚਾਹੀਦਾ, ਜਦੋਂ ਮਤਲਬ ਕਿ ਐਕਸਪੈਂਸਿਵ ਹੋ ਜਾਊਗਾ ਤਾਂ ਫਿਰ ਉਹਨਾਂ ਨੂੰ ਉਹ ਚਾਹੁਣ ਚਾਹੇ ਨਾ ਚਾਹੁਣ ਉਹਨਾਂ ਨੂੰ ਕੰਟਰੋਲ ਕਰਨੀ ਹੀ ਪਊਗੀ, ਠੀਕ ਆ। ਤਾਂ ਇਹ ਹੋ ਗਈ ਆਪਣੀ ਐਲੈਬੋਰੇਸ਼ਨ। ਟਾਸਕ ਸਟੇਟਮੈਂਟ, ਐਲੈਬੋਰੇਟ। ਟਾਸਕ ਸਟੇਟਮੈਂਟ ਵਿੱਚ ਸਿੰਪਲੀ ਇਹ ਦੱਸਦਾ ਕਿ ਐਕਸਪੈਂਸਿਵ ਫੂਡ ਹੋ ਜਾਊਗਾ ਤਾਂ ਲੋਕ ਇਹਨੂੰ ਖਾਣਾ ਛੱਡ ਦੇਣਗੇ। ਤਾਂ ਐਕਸਪਲੇਨ ਦੇ ਵਿੱਚ ਕੀ ਕਰ ਦਿੱਤਾ ਆਪਾਂ ਕਿ ਜਦੋਂ ਗੌਰਮੈਂਟ ਹੈਗੀ ਆ ਉਹ ਰੇਟ ਨੂੰ ਮਤਲਬ ਕਿ ਹਾਇਰ ਕਰੂਗੀ, ਹੈ ਨਾ, ਫਾਸਟ ਫੂਡ 'ਤੇ, ਤਾਂ ਫਿਰ ਕੀ ਹੋਊਗਾ, ਜਿਹੜੇ ਫੂਡ ਪ੍ਰੋਡਿਊਸਡ ਹੋਣਗੇ ਉਹ ਜ਼ਿਆਦਾ ਚਾਰਜ ਕਰਨਗੇ ਕਸਟਮਰ ਨੂੰ। ਤਾਂ ਫਿਰ ਕੀ ਕਰਨਗੇ, ਜਿਹੜੇ ਦੈਨ ਪੀਪਲ ਆ ਹੂ ਆਰ ਨੋਟ ਏਬਲ, ਜਿਹੜੇ ਏਬਲ ਨਹੀਂ ਹੈਗੇ ਟੈਕਸ ਪੇ ਕਰਨ ਦੇ, ਦੇ ਹੈਵ ਟੂ ਕੰਟਰੋਲ ਦਾ ਡਿਮਾਂਡ ਆਫ ਫਾਸਟ ਫੂਡ, ਤਾਂ ਉਹਨਾਂ ਨੂੰ ਜਿਹੜੀ ਡਿਮਾਂਡ ਕੰਟਰੋਲ ਕਰਨੀ ਹੀ ਪਊਗੀ ਫਾਸਟ ਫੂਡ, ਠੀਕ ਆ। ਤਾਂ ਹੁਣ ਆਪਾਂ ਜਿਹੜਾ ਕਨੈਕਟਰ ਸੀਗਾ ਫਸਟ ਲਈ ਆਪਾਂ ਲਾਇਆ ਸੀਗਾ ਟੂ ਬਿਗਨ ਵਿਦ, ਤਾਂ ਇਹ ਵੀ ਆਪਣਾ ਇੱਕ ਜਿਹੜਾ ਕਨੈਕਟਰ ਹੀ ਮੰਨਿਆ ਜਾਂਦਾ। ਸ਼ਿਫਟਿੰਗ ਟੂਵਰਡ ਦਾ ਅਨਦਰ ਐਡਵਾਂਟੇਜ ਆਫ ਰੇਜ਼ਿੰਗ ਟੈਕਸ, ਜੇ ਤੁਸੀਂ ਇਹ ਬੇਸਿਕ ਲਾਈਨ ਲਿਖਣਾ ਚਾਹੁੰਦੇ ਬੇਸਿਕ ਲਾਈਨ, ਜੇ ਤੁਸੀਂ ਬੇਸਿਕ ਲਾਈਨ ਤੋਂ ਪਹਿਲਾਂ ਵੀ ਹੈ ਨਾ ਲਿਖਣਾ ਚਾਹੁੰਦੇ ਹੈਗੇ ਕੋਈ ਇੱਕ ਕਨੈਕਟਰ, ਤਾਂ ਤੁਸੀਂ ਲਿਖ ਸਕਦੇ ਆ। ਇੱਥੇ ਆਪਣਾ ਕੀ ਆ ਜਾਊਗਾ, ਫਰਦਰ ਮੋਰ, ਠੀਕ ਆ। ਤਾਂ ਆਪਾਂ ਇੱਥੇ ਐਡ ਕਰ ਸਕਦੇ ਸੀਗੇ ਫਰਦਰ ਮੋਰ। ਇਹ ਆਪਣੀ ਵਰਡ ਲਿਮਿਟ 'ਤੇ ਹੁੰਦਾ ਹੈ ਨਾ, ਵੀ ਕਈ ਵਾਰ ਵਰਡ ਲਿਮਿਟ 'ਤੇ ਹੁੰਦਾ, ਉਹ ਆਪਾਂ ਨੂੰ ਜਦੋਂ ਡੇਲੀ ਆਪਾਂ ਲਿਖਦੇ ਹਾਂ ਐਸੇ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇੱਥੇ ਕਿ ਜਾ ਕੇ ਹੈ ਨਾ ਆਪਣਾ ਕੰਪਲੀਟ ਹੋ ਜਾਂਦਾ ਅਤੇ ਵਰਡ ਜਿਹੜੇ ਆਪਣੇ ਲਿਮਿਟ ਕੰਪਲੀਟ ਹੋ ਜਾਂਦੀ ਹੈਗੀ। ਤਾਂ ਤੁਸੀਂ ਉਸ ਤਰੀਕੇ ਨਾਲ ਐਡ ਕਰ ਸਕਦੇ। ਤਾਂ ਫਰਦਰ ਮੋਰ ਥੋੜ੍ਹੇ ਵਰਡ ਐਡ ਕਰਨਾ ਜਿਹੜੀ ਆਪਣੀ ਲੈਂਥ ਕੰਪਲੀਟ ਹੋ ਜਾਂਦੀ ਆ। ਫਿਰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਸੀਗੇ ਫਰਦਰ ਮੋਰ ਕੌਮਾ ਸ਼ਿਫਟਿੰਗ ਟੂਵਰਡ ਦਾ ਅਨਦਰ ਐਡਵਾਂਟੇਜ ਆਫ ਰੇਜ਼ਿੰਗ ਟੈਕਸ, ਠੀਕ ਆ। ਤਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਸੀ। ਹੁਣ ਆਪਣੇ ਕੋਲ ਐਗਜ਼ਾਮਪਲ ਆ ਗਿਆ। ਫਸਟ ਬੀਬੀ ਦੇ ਵਿੱਚ ਆਪਾਂ ਕੀ ਲਿਖਿਆ ਸੀਗਾ, ਕਨੈਕਟਰ ਫॉर ਐਗਜ਼ਾਮਪਲ ਦੇ, ਬਟ ਹੁਣ ਆਪਾਂ ਜਿਹੜਾ ਫॉर ਐਗਜ਼ਾਮਪਲ ਨਹੀਂ ਲਿਖ ਸਕਦੇ, ਇਸ ਲਈ ਆਪਾਂ ਕੀ ਲਿਖਾਂਗੇ, ਫॉर ਇੰਸਟਾਂਸ। ਤਾਂ ਜਦੋਂ ਆਪਾਂ ਐਲੈਬੋਰੇਟ ਕੀਤਾ ਪਹਿਲੇ ਵਿੱਚ ਆਪਾਂ ਕੀ ਲਿਖਿਆ, ਟੂ ਐਲੈਬੋਰੇਟਡ, ਤਾਂ ਹੁਣ ਦੂਸਰੇ ਵਿੱਚ ਨਹੀਂ ਲਿਖ ਸਕਦੇ ਸੀ ਤਾਂ ਆਪਾਂ ਕੀ ਲਿਖਿਆ, ਟੂ ਐਕਸਪਲੇਨ ਇਟ, ਠੀਕ ਆ। ਤਾਂ ਹੁਣ ਆਪਣੇ ਕੋਲ ਇਹ ਆ ਗਿਆ ਫॉर ਇੰਸਟਾਂਸ ਐਗਜ਼ਾਮਪਲ ਲਈ, ਇਟ ਇਜ਼ ਸਾਇੰਟੀਫਿਕਲੀ ਪ੍ਰੂਵਡ ਦੈਟ, ਤਾਂ ਜਿਹੜਾ ਸਾਇੰਸ ਨੇ ਪ੍ਰੂਵ ਕਰ ਦਿੱਤਾ ਹੈਗਾ ਕਿ that humans give first preference to buy cheaper things instead of expensive one। ਤਾਂ ਜਿਹੜੇ ਕੀ ਕਰਦੇ ਆ ਲੋਕ, ਹਿਊਮਨ ਬੀਂਗਸ ਹੈਗੇ ਆ, ਹੈ ਨਾ, ਉਹ ਕੀ ਕਰਦੇ ਹੈਗੇ, ਜ਼ਿਆਦਾ ਪ੍ਰੈਫਰੈਂਸ ਕਿਹਨੂੰ ਦਿੰਦੇ ਆ, ਚੀਪਰ ਥਿੰਗਸ ਨੂੰ ਪਰਚੇਜ਼ ਕਰਨ ਦੇ ਵਿੱਚ। ਇੰਸਟੈਡ ਆਫ, ਇਹ ਵੀ ਇੱਕ ਸੈਂਟੈਂਸ ਵੇਰੀਏਸ਼ਨ ਆ। ਇੰਸਟੈਡ ਆਫ ਦਾ ਮਤਲਬ ਹੁੰਦਾ ਬਜਾਏ ਕਿ ਇਸ ਦੇ, ਠੀਕ ਆ। ਮਤਲਬ ਕਿ ਉਹ ਚੀਪਰ ਚੀਜ਼ਾਂ ਪਸੰਦ ਕਰਦੇ ਆ ਖਰੀਦਣੀਆਂ ਬਜਾਏ ਐਕਸਪੈਂਸਿਵ ਵਨ ਦੇ, ਠੀਕ ਆ। ਤਾਂ ਇਹ ਵੀ ਇੱਕ ਸੈਂਟੈਂਸ ਟਾਈਪ ਹੈਗਾ, ਤੁਸੀਂ ਯੂਜ਼ ਕਰ ਸਕਦੇ ਆ। ਤਾਂ ਆਪਾਂ ਕੀ ਲਿਖਤਾ, ਪਹਿਲੇ ਤਾਂ ਵਿੱਚ ਆਪਾਂ ਜਿਹੜਾ ਸਰਵੇ ਐਡ ਕੀਤਾ ਸੀਗਾ ਜਦੋਂ ਫਸਟ ਐਗਜ਼ਾਮਪਲ ਐਡ ਕੀਤੀ, ਤਾਂ ਸੈਕਿੰਡ ਲਈ ਆਪਾਂ ਇਹ ਕਰ ਦਿੱਤਾ ਕਿ ਸਾਇੰਟੀਫਿਕਲੀ ਪ੍ਰੂਵਡ ਆ ਕਿ ਜਿਹੜੇ ਹਿਊਮਨਸ ਹੈਗੇ ਆ ਉਹ ਫਸਟ ਪ੍ਰੈਫਰੈਂਸ ਇਹ ਦਿੰਦੇ ਆ ਕਿ ਉਹ ਜਿਹੜੀਆਂ ਸਸਤੀਆਂ ਚੀਜ਼ਾਂ ਖਰੀਦ ਲੈਣ ਇੰਸਟੈਡ ਆਫ ਐਕਸਪੈਂਸਿਵ ਵਨ, ਠੀਕ ਆ। ਤਾਂ ਇਹ ਆਪਣੀ ਜਿਹੜੀ ਹੋ ਗਈ ਐਗਜ਼ਾਮਪਲ ਐਡ ਹੋ ਗਈ। ਅੱਗੇ ਹੁਣ ਆਪਾਂ ਕੀ ਰਿਜ਼ਲਟ ਐਡ ਕਰਨਾ, ਰਿਜ਼ਲਟ ਕੀ ਆ, ਹੈਂਸ। ਤਾਂ ਐਜ਼ ਅ ਰਿਜ਼ਲਟ ਆਪਾਂ BP1 ਦੇ ਵਿੱਚ ਕਨੈਕਟਰ ਯੂਜ਼ ਕੀਤਾ ਸੀ, ਹੁਣ ਆਪਾਂ BP2 ਦੇ ਵਿੱਚ ਜਿਹੜਾ ਐਜ਼ ਅ ਰਿਜ਼ਲਟ ਨਹੀਂ ਯੂਜ਼ ਕਰ ਸਕਦੇ, ਹੈਂਸ ਕਰਾਂਗੇ ਕੌਮਾ, ਠੀਕ ਆ।
ਇਟ ਵੁੱਡ ਬੀ ਹੈਲਪਫੁਲ, ਤਾਂ ਇਹ ਕੀ ਆ, ਇਹ ਹੈਲਪਫੁਲ ਹੋਵੇਗਾ ਇਨ ਆਰਡਰ ਟੂ, ਇੱਕ ਸੈਂਟੈਂਸ ਟਾਈਪ ਹੈਗੀ ਆ, ਤਾਂ ਤੁਸੀਂ ਇਹਨੂੰ ਐਡ ਕਰ ਸਕਦੇ ਆ ਆਪਣੇ ਜਿਹੜੇ ਟਾਸਕ ਦੇ ਵਿੱਚ ਹੈਗਾ, ਅਤੇ ਇਹਨਾਂ ਥੋੜ੍ਹਾ ਵਧੀਆ ਲੱਗਦਾ। ਹੈਂਸ ਇਟ ਵੁੱਡ ਬੀ ਹੈਲਪਫੁਲ ਇਨ ਆਰਡਰ ਟੂ ਕੰਟਰੋਲ ਫਾਸਟ ਫੂਡ ਕੰਜ਼ੰਪਸ਼ਨ, ਠੀਕ ਆ। ਤਾਂ ਕੀ ਆਪਾਂ ਲਿਖ ਦਿੱਤਾ, ਆਪਾਂ ਕਹਿ ਰਹੇ ਸੀਗੇ ਕਿ ਜਦੋਂ ਆਪਾਂ ਟਾਸਕ ਸਟੇਟਮੈਂਟ ਦਿੱਤੀ ਸੀ ਤਾਂ ਆਪਾਂ ਲਿਖਤਾ ਸੀ ਕਿ ਫਰੋਮ ਈਟਿੰਗ ਇਟ, ਤਾਂ ਹੁਣ ਆਪਾਂ ਕੀ ਕਹਿ ਦਿੱਤਾ, ਕੰਜ਼ੰਪਸ਼ਨ, ਠੀਕ ਆ। ਤਾਂ ਇਹਦੇ ਨਾਲ ਆਪਣਾ ਜਿਹੜਾ ਵੋਕੈਬ ਪਾਰਟ ਕਵਰ ਹੁੰਦਾ। ਇੱਕ ਬੱਚਿਆਂ ਨੂੰ ਹੈਗਾ ਗਾ ਹੈ ਨਾ ਵੀ ਰੈਪੀਟੀਸ਼ਨ, ਤਾਂ ਰੈਪੀਟੀਸ਼ਨ ਹੋ ਜਾਂਦੀ ਹੈ ਵਰਡਸ ਦੀ। ਦੇਖੋ ਬੱਚੇ ਇਹ ਨਹੀਂ ਹੁੰਦਾ ਗਾ ਕਿ ਇੱਕ ਵਰਡ ਨੂੰ ਆਪਾਂ ਜਸਟ ਇੱਕ ਟਾਸਕ ਦੇ ਵਿੱਚ ਇੱਕ ਵਾਰੀ ਹੀ ਯੂਜ਼ ਕਰ ਸਕਦੇ, ਨਹੀਂ। ਆਫਕੋਰਸ ਜਿਹੜੀ ਆਪਾਂ ਇੱਕ ਚੀਜ਼ ਬਾਰੇ ਗੱਲ ਕਰ ਰਹੇ ਹੈਗੇ ਆ ਹੈ ਨਾ, ਤਾਂ ਉਹ ਹੋਊਗਾ ਹੀ, ਉਹਦੇ 5-6 ਵਾਰ ਤਾਂ ਉਹਦੀ ਗੱਲ ਆਰਾਮ ਨਾਲ ਹੀ ਆ ਜਾਂਦੀ ਹੈਗੀ ਆ। ਪਰ ਤੁਸੀਂ 5-6 ਵਾਰੀ ਇਹ ਕੋਸ਼ਿਸ਼ ਕਰੋ ਵੀ ਜੇ 3 ਵਾਰ ਇੱਕ ਵਰਡ ਹੋ ਗਿਆ ਹੈ ਨਾ, ਤਾਂ ਬਾਕੀ ਤੁਸੀਂ 2-3 ਵਰਡ ਜਿਹੜੇ ਇੱਕ ਡਿਫਰੈਂਟ ਐਡ ਕਰ ਦਿਓ, ਠੀਕ ਆ। ਤਾਂ ਇਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ। ਤਾਂ ਉਹ ਵਰਡ ਅਵੋਇਡ ਕਰੋ ਜਿਹੜੇ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਮਿਲ ਗਏ ਆ। ਹੋਰ ਕੋਈ ਤੁਹਾਡੇ ਕੋਲ ਨਿਊ ਵਰਡ ਹੈਗਾ, ਉਹਨੂੰ ਤੁਸੀਂ 1-2 ਵਾਰੀ ਯੂਜ਼ ਵੀ ਕਰ ਦੋਗੇ, ਤਾਂ ਉਹ ਕੋਈ ਜ਼ਿਆਦਾ ਗੱਲ ਨਹੀਂ ਹੈਗੀ, ਠੀਕ ਆ। ਤਾਂ ਹੁਣ ਆਪਾਂ ਕੀ ਕਰਦੇ ਹਾਂ, ਇਟ ਵੁੱਡ ਬੀ ਹੈਲਪਫੁਲ ਇਨ ਆਰਡਰ ਟੂ ਕੰਟਰੋਲ ਫਾਸਟ ਫੂਡ ਕੰਜ਼ੰਪਸ਼ਨ, ਤਾਂ ਇਹ ਹੈਲਪਫੁਲ ਹੋਊਗਾ। ਰਿਜ਼ਲਟ ਆਪਾਂ ਇਹ ਕਰਤਾ ਕਿ ਹੈਲਪਫੁਲ ਹੈਗਾ ਗਾ ਕਿ ਜਿਹੜੇ ਫਾਸਟ ਫੂਡ ਦੀ ਕੰਜ਼ੰਪਸ਼ਨ ਨੂੰ ਕੰਟਰੋਲ ਕਰਨ ਵਿੱਚ। ਹੁਣ ਆਪਣੇ ਕੋਲ ਕਨਕਲੂਜਨ ਆ ਗਿਆ, ਠੀਕ ਆ। ਦੇਖੋ ਆਪਾਂ ਜਿਹੜਾ ਕੀ ਕੀਤਾ ਸੀਗਾ, ਫਸਟ ਆਫ ਆਲ ਜਿਹੜੀ ਆਪਣੇ ਕੋਲੇ ਸੀਗੀ ਸਟੇਟਮੈਂਟ ਪੜ੍ਹੀ, ਆਪਾਂ ਐਗਰੀ ਹੋਏ, ਠੀਕ ਆ। ਐਗਰੀ ਹੋਣ ਤੋਂ ਬਾਅਦ ਕੀ ਆਪਣੇ ਕੋਲ 2 ਆਪਸ਼ਨ ਸੀਗੀਆਂ ਹੈ ਨਾ, ਜਾਂ ਤਾਂ ਫਿਰ ਐਗਰੀ ਹੁੰਦੇ ਜਾਂ ਡਿਸਐਗਰੀ ਹੁੰਦੇ, ਆਪਾਂ ਐਗਰੀ ਹੋਏ, ਫਸਟ ਆਪਸ਼ਨ ਚੂਜ਼ ਕੀਤੀ। ਦੈਨ ਕੀ ਆਪਣੇ ਕੋਲ ਜਿਹੜਾ ਸਟਰਕਚਰ ਸੀਗਾ, ਇੰਟਰੋ ਆਪਾਂ ਬਣਾ ਲਈ, ਰੀਫਰੇਸ ਤੇ ਥੀਸਿਸ ਲਾਈਨ ਦੀ ਤੀ। BP1 ਲਈ ਟਾਸਕ ਸਟੇਟਮੈਂਟ ਐਕਸਪਲੇਨੇਸ਼ਨ ਐਗਜ਼ਾਮਪਲ ਰਿਜ਼ਲਟ, BP2 ਦੇ ਵਿੱਚ ਵੀ ਸੇਮ, ਠੀਕ ਆ, ਹੋ ਗਿਆ। ਹੁਣ ਕਨਕਲੂਜਨ ਹੈ ਗਿਆ, ਕਨਕਲੂਜਨ ਕੀ ਆ, ਪਰਸਨਲ ਵਿਊ ਐਂਡ ਰੀਫਰੇਸ, ਠੀਕ ਆ। ਤਾਂ ਪਰਸਨਲ ਵਿਊ ਜਿਹੜਾ ਆਪਣਾ ਇਹੀ ਆ ਕਿ ਆਪਾਂ ਜਿਹੜਾ ਐਗਰੀ ਹੈਗੇ ਆ ਹੈ ਨਾ, ਤਾਂ ਉਹਦੀ ਆਪਾਂ ਦੱਸਣਾ ਹੈਗਾ ਵੀ ਮੈਂ ਐਗਰੀ ਹਾਂ ਹੈ ਨਾ, ਇਸ ਕਰਕੇ। ਤਾਂ ਰੀਫਰੇਸ ਦਾ ਮਤਲਬ ਇੱਥੇ ਕੀ ਹੈਗਾ ਗਾ, ਰੀਫਰੇਸ ਉਵੇਂ ਨਹੀਂ ਗਾ ਜਿੱਦਾਂ ਆਪਾਂ BP1 ਦੇ ਵਿੱਚ ਲਿਖਿਆ, BP2 ਦੇ ਵਿੱਚ ਲਿਖਿਆ, ਠੀਕ ਆ। ਤਾਂ ਉਸ ਤਰੀਕੇ ਦੇ ਨਾਲ ਆਪਾਂ ਜਿਹੜਾ ਲਿਖਣਾ ਹੁੰਦਾ ਗਾ ਕਨਕਲੂਜਨ, ਠੀਕ ਆ, ਉਹੀ ਚੀਜ਼ ਨਿਕਲੇ ਜਾਣੀ ਮੀਨਿੰਗ, ਤਾਂ ਕਰਕੇ ਆਪਾਂ ਇੱਥੇ ਲਿਖਿਆ ਕਿ ਰੀਫਰੇਸ ਐਂਡ ਪਰਸਨਲ ਵਿਊ, ਠੀਕ ਆ। ਹੁਣ ਆਪਾਂ ਚੱਲਦੇ ਕਨਕਲੂਜਨ 'ਤੇ। ਦੇਖੋ ਟੂ ਕਨਕਲੂਡ ਇਟ, ਇਹਨੂੰ ਕਨਕਲੂਡ ਕਰਨ ਲਈ ਆਪਾਂ ਜਿਹੜਾ ਕਿ ਇੱਕ ਕੌਮਾ ਯੂਜ਼ ਕਰਦੇ ਹਾਂ, ਠੀਕ ਆ। ਆਈ ਥਿੰਕ ਇਟ ਵਿਲ ਬੀ ਗੁੱਡ ਐਕਟ, ਤਾਂ ਇਹ ਮੈਂ ਸੋਚਦਾ ਮੈਂ ਇਹ ਚੰਗਾ ਐਕਟ ਹੋਏਗਾ ਹੈ ਨਾ, ਵੀ ਇਹ ਜੇ ਗੌਰਮੈਂਟ ਟੈਕਸ ਕਰੂਗੀ। ਇਟ ਦਾ ਮਤਲਬ ਕੀ ਇੱਥੇ ਹੈਗਾ, ਇਟ ਵਿਲ ਮਤਲਬ ਜਿਹੜਾ ਕਿ ਗੌਰਮੈਂਟ ਟੈਕਸ ਹਾਇਰ ਟੈਕਸ ਜਿਹੜੇ ਫਾਸਟ ਫੂਡ 'ਤੇ ਇੰਪੋਜ਼ ਕਰੂਗੀ ਉਹਦਾ, ਠੀਕ ਆ। ਆਈ ਥਿੰਕ ਇਟ ਵਿਲ ਬੀ ਗੁੱਡ ਐਕਟ ਟੂ ਚੇਂਜ ਦਿਸ ਟੈਂਡੈਂਸੀ, ਵੀ ਇਸ ਟੈਂਡੈਂਸੀ ਨੂੰ ਚੇਂਜ ਕਰਨ ਲਈ। ਕਿਹੜੀ ਟੈਂਡੈਂਸੀ, ਕਿ ਲੋਕ ਜਿਹੜਾ ਜ਼ਿਆਦਾ ਮਤਲਬ ਕਿ ਪ੍ਰੈਫਰੈਂਸ ਦਿੰਦੇ ਹੈਗੇ ਆ ਫਾਸਟ ਫੂਡ ਨੂੰ, ਠੀਕ ਆ, ਉਸ ਨੂੰ, ਅਤੇ ਜਿਹੜੇ ਹੈਲਥ ਇਸ਼ੂਜ਼ ਨਾਲ ਸਫਰ ਕਰ ਰਹੇ ਆ ਉਸ ਨੂੰ, ਠੀਕ ਆ। ਉਹ ਟੈਂਡੈਂਸੀ ਦੀ ਗੱਲ ਕੀਤੀ ਗਈ ਇੱਥੇ। ਬਿਕੋਜ਼ ਕਿਉਂ, ਕਾਰਨ ਦੱਸ ਰਹੇ ਹਾਂ ਹੁਣ ਵੀ, ਮੈਂ ਕਾਹਤੋਂ ਸੋਚਦਾ ਇਹਦਾ ਕਾਰਨ ਵੀ ਹੈਗਾ ਹੈ ਨਾ। ਬਿਕੋਜ਼ ਦੇਰ ਆਰ ਨਿਊਮਰਸ ਮੈਰਿਟਸ, ਦੇਖੋ ਜਦੋਂ ਪਹਿਲਾਂ BP1 ਦੇ ਵਿੱਚ ਆਪਾਂ ਗੱਲ ਕੀਤੀ ਸੀ ਤਾਂ ਆਪਾਂ ਬੈਨੀਫਿਟ ਕਿਹਾ ਸੀਗਾ ਹੈ ਨਾ, ਕਿ ਬੈਨੀਫਿਟ ਮੈਂ ਦੱਸ ਰਿਹਾ ਵਾਂ। ਜਦੋਂ ਆਪਾਂ BP2 ਵੱਲ ਸ਼ਿਫਟ ਹੋਏ ਤਾਂ ਆਪਾਂ ਕੀ ਕਹਿ ਦਿੱਤਾ, ਉੱਥੇ ਐਡਵਾਂਟੇਜ ਕਰ ਦਿੱਤਾ, ਠੀਕ ਆ। ਇਹ ਤਾਂ ਬੇਸਿਕ ਹੁੰਦੇ ਆ, ਆਪਾਂ ਨੂੰ ਵੀ ਪਤਾ ਹੁੰਦੇ ਆ ਜਿਹੜੇ ਹੈ ਨਾ। ਕਈ ਵਾਰੀ ਆਪਾਂ ਨੂੰ ਵਰਡ ਬਹੁਤ ਹੁੰਦੇ ਆ, ਵਕੈਬ ਹੁੰਦੀ ਆ ਆਪਣੇ ਕੋਲ। ਵਕੈਬ ਦਾ ਮਤਲਬ ਇਹ ਨਹੀਂ ਹੈਗਾ ਕਿ ਡਿਫੀਕਲਟੀ ਵਰਡ ਹੋਣ ਆਪਣੇ ਕੋਲ ਹੈ ਨਾ। ਵਕੈਬ ਦਾ ਮਤਲਬ ਇਹ ਹੁੰਦਾ ਕਿ ਆਪਾਂ ਵਰਡ ਚੇਂਜ ਕਰਕੇ ਲਿਖਣਾ ਹੁੰਦਾ ਗਾ, ਠੀਕ ਆ। ਤਾਂ ਇਹਦੇ ਵਿੱਚ ਕੋਈ ਡਿਫੀਕਲਟ ਜਾਂ ਈਜ਼ੀ ਦਾ ਕੋਈ ਮਤਲਬ ਨਹੀਂ ਹੈਗਾ ਗਾ। ਦੇਖੋ ਹੁਣ ਜੇ ਆਪਾਂ ਬੈਨੀਫਿਟ ਲਿਖਿਆ, ਐਡਵਾਂਟੇਜ, ਮੈਰਿਟ, ਇਹਦਾ ਆਪਾਂ ਡੇਲੀ ਜਿਹੜੇ ਮਤਲਬ ਕਿ ਵੈਰੀਏਸ਼ਨ ਹੀ ਕਰਦੇ ਹੈਗੇ ਆ ਹੈ ਨਾ। ਤਾਂ ਇਹ ਤੁਸੀਂ ਜਿਹੜਾ ਸਿੰਪਲੀ ਐਡ ਕਰ ਸਕਦੇ ਆ। ਤਾਂ ਉੱਥੇ ਆਪਾਂ ਜਿਹੜਾ ਬੈਨੀਫਿਟ ਕਰ ਦਿੱਤਾ, ਉਸ ਤੋਂ ਬਾਅਦ ਐਡਵਾਂਟੇਜ ਕਰ ਦਿੱਤਾ। ਤਾਂ ਹੁਣ ਕੀ ਆਪਾਂ ਮੈਰਿਟਸ ਕਰ ਰਹੇ ਹਾਂ, ਮੈਰਿਟਸ ਦਾ ਵੀ ਮਤਲਬ ਉਹੀ ਹੁੰਦਾ ਐਡਵਾਂਟੇਜ, ਠੀਕ ਆ। ਬਿਕੋਜ਼ ਦੇਰ ਆਰ ਨਿਊਮਰਸ, ਤਾਂ ਉੱਥੇ ਆਪਾਂ ਫਸਟ BP ਦੇ ਵਿੱਚ ਕੀ ਲਿਖਿਆ ਸੀ, ਸੈਵਰਲ ਬੈਨੀਫਿਟਸ, ਤਾਂ ਆਪਾਂ ਇੱਥੇ ਨਿਊਮਰਸ ਕਰ ਦਿੱਤਾ। ਇਹ ਆਪਾਂ ਨੂੰ ਈਜ਼ੀ ਵਰਡ ਹੁੰਦੇ ਆ, ਪਤਾ ਹੁੰਦੇ ਆ, ਬਟ ਫਿਰ ਵੀ ਆਪਾਂ ਐਡ ਨਹੀਂ ਕਰਦੇ, ਠੀਕ ਆ। ਤਾਂ ਇਹਨਾਂ ਦੀ ਆਪਾਂ ਧਿਆਨ ਦੇਵਾਂਗੇ। ਨਿਊਮਰਸ ਮੈਰਿਟਸ ਆਫ imposing tax on food as mentioned in the essay, ਤਾਂ ਕੀ ਮੈਂ ਕਹਿ ਰਿਹਾ ਕਿ ਬਹੁਤ ਸਾਰੇ ਮੈਰਿਟਸ ਆ ਜੇ ਇੰਪੋਜ਼ ਕਰਦੇ ਆ ਟੈਕਸ ਫੂਡ 'ਤੇ, ਕਿਵੇਂ, ਐਜ਼ ਮੈਂਸ਼ਨ ਇਨ ਦਾ ਐਸੇ, ਜਿਵੇਂ ਕਿ ਐਸੇ 'ਤੇ ਮੈਂਸ਼ਨ ਕੀਤਾ। ਜੇ ਤੁਹਾਡੀ ਲੈਂਥ ਦੀ ਕੋਈ ਹੈਗਾ ਗਾ ਹੈ ਨਾ ਵੀ ਨਹੀਂ ਕੰਪਲੀਟ ਗਈ, ਜਾਂ ਮਤਲਬ ਵਰਡ ਲਿਮਿਟ ਕਰਦੀ ਹੈਗੀ, ਤਾਂ ਤੁਸੀਂ ਇੱਥੇ ਐਡ ਕਰ ਸਕਦੇ ਆ ਐਜ਼ ਮੈਂਸ਼ਨ ਕੱਟ ਕੇ। ਤਾਂ ਤੁਸੀਂ ਜਿਹੜੇ ਦੋਨੋਂ ਕੀਤੇ ਹੈਗੇ ਉਹਨੂੰ ਥੋੜ੍ਹਾ ਜਿਹਾ ਰੀਫਰੇਸ ਕਰਕੇ ਜਾਂ ਵਕੈਬ ਐਡ ਕਰਕੇ, ਵਰਡ ਚੇਂਜ ਕਰਕੇ, ਤਾਂ ਤੁਸੀਂ ਕਨਕਲੂਜਨ ਦੇ ਵਿੱਚ ਦੱਸ ਸਕਦੇ ਆ ਕਿ ਬੈਨੀਫਿਟਸ ਸੱਚ ਐਜ਼ ਪਹਿਲਾਂ ਲਿਖ ਕੇ ਕੌਮਾ ਐਂਡ ਸੈਕਿੰਡ, ਠੀਕ ਆ। ਤਾਂ ਤੁਸੀਂ ਇਸ ਤਰ੍ਹਾਂ ਵੀ ਜਿਹੜਾ ਕਨਕਲੂਜਨ ਲਿਖ ਸਕਦੇ ਹੋ। ਤਾਂ ਅੱਜ ਦੀ ਟਾਈਪ ਜਿਹੜੀ ਆਪਣੀ ਇਹੀ ਸੀਗੀ। ਇਹਦੇ ਵਿੱਚ ਆਪਣਾ ਜਿਹੜਾ ਸਾਰਾ ਕੁਛ ਜਿਹੜਾ ਕਵਰ ਕੀਤਾ, ਤੁਸੀਂ ਜਿਹੜਾ ਮਿਨੀਮਮ ਤੁਸੀਂ 10 ਡੇਜ਼ ਇਹਨੂੰ ਬਿਲਕੁਲ ਇਸ ਤਰ੍ਹਾਂ ਕਰਕੇ ਦੇਖੋ, ਇਹ ਸਟਰਕਚਰ ਨੂੰ ਫੋਲੋ ਕਰਕੇ ਦੇਖੋ। ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀਆਂ ਸੈਂਟੈਂਸ ਵੇਰੀਏਸ਼ਨ ਆਪਾਂ ਇਸ ਵਿੱਚ ਐਡ ਕੀਤੀਆਂ ਉਹ ਤੁਸੀਂ ਲਿਖ ਲਓ ਇੱਕ ਨੋਟਬੁੱਕ 'ਤੇ ਹੈ ਨਾ, ਕਿ ਇਸ ਤਰ੍ਹਾਂ ਦਾ ਯੂਜ਼ ਕਰਨਾ ਹੈਗਾ। ਇਹ ਮਤਲਬ ਕਿ ਐਗਜ਼ਾਮਪਲ ਹੀ ਆ ਤੁਹਾਡੇ ਸਾਹਮਣੇ ਇੱਕ ਸੈਂਪਲ ਆਂਸਰ, ਤਾਂ ਤੁਸੀਂ ਇਹ ਤੋਂ ਸਿੱਖ ਸਕਦੇ ਕਿ ਕਿੱਦਾਂ ਯੂਜ਼ ਕਰ ਸਕਦੇ। ਉਹਨੂੰ ਤੁਸੀਂ ਨੋਟਬੁੱਕ 'ਤੇ ਲਿਖ ਲਓ। ਜਦੋਂ ਵੀ ਤੁਸੀਂ ਰਾਈਟਿੰਗ ਟਾਸਕ ਕਰਦੇ ਹੈਗੇ ਆ ਤਾਂ ਉਹਦੇ ਸਾਹਮਣੇ ਰੱਖੋ, ਉਹਨੂੰ ਐਡ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ 10 ਡੇਜ਼ ਕਰੋਗੇ ਤਾਂ ਆਪੇ ਤੁਹਾਡੀ ਜਿਹੜੀ
ਹੈਬਿਟ ਬਣ ਜਾਊਗੀ ਹੈ ਨਾ ਇਸ ਜਿਹੜੀਆਂ ਵੇਰੀਏਸ਼ਨ ਨੂੰ ਐਡ ਕਰਨ ਦੀ, ਤਾਂ ਤੁਹਾਡੀ ਜਿਹੜੀ ਰਾਈਟਿੰਗ ਆ ਇੰਪਰੂਵ ਹੋ ਜਾਊਗੀ। ਤਾਂ ਆਈ ਹੋਪ ਤੁਹਾਨੂੰ ਜਿਹੜੀ ਵੀਡੀਓ ਇਨਫੋਰਮੇਟਿਵ ਲੱਗੀ ਹੋਊਗੀ। ਥੈਂਕਸ ਫॉर ਵਾਚਿੰਗ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ।